ਰੇਡੀਓ ਇੰਡੀਆ KRPA 1110 AM ਨਾਲ ਜੁੜੇ ਸਮੂਹ ਸਰੋਤਿਆਂ ਦਾ ਪ੍ਰੋਗਰਾਮ ਪੰਜਾਬੀ ਆਵਾਜ਼ ਦੇ ਇਸ ਦੂਸਰੇ ਪੜਾਅ ਵਿੱਚ ਹਾਰਦਿਕ ਸਵਾਗਤ। ਮੇਰੇ ਯਾਨੀ ਬਲਦੇਵ ਸਿੰਘ ਭੰਮ ਵੱਲੋਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਜੇਕਰ ਤੁਸੀਂ ਸਾਰੀ ਦੁਨੀਆ ਵਿੱਚ ਕਿਤੇ ਵੀ ਬੈਠ ਕੇ ਸਾਨੂੰ ਲਾਈਵ ਸੁਣਨਾ ਚਾਹੁੰਦੇ ਹੋ ਤਾਂ radioindia.ca ਸਾਡੀ ਵੈਬਸਾਈਟ ਹੈ। ਇਸ ਵੈਬਸਾਈਟ ਤੇ ਜਾ ਕੇ ਕਿਸੇ ਵੀ ਵਕਤ ਤੇ ਕਿਤੇ ਵੀ ਬੈਠ ਕੇ ਸਾਡੇ ਨਾਲ ਜੁੜ ਸਕਦੇ ਹੋ। ਸਾਡਾ ਸਟੂਡੀਓ ਦਾ ਨੰਬਰ ਹੈ 604 592 91 91 604 592 9191। ਸੋ ਆਓ ਪ੍ਰੋਗਰਾਮ ਪੰਜਾਬੀ ਆਵਾਜ਼ ਦੀ ਵਿਧੀਵਤ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਡਾਕਟਰ ਸ਼ਿੰਦਰ ਪੁਰੇਵਾਲ ਜੀ ਦਾ ਸਵਾਗਤ ਕਰਦੇ ਹਾਂ, ਫਿਰ ਅਸੀਂ ਪੜਾਅ ਦਰ ਪੜਾਅ ਅੱਗੇ ਵਧਾਂਗੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਪੰਜਾਬੀ ਆਵਾਜ਼ ਦੇ ਇਸ ਪੜਾਅ ਦੇ ਵਿੱਚ। ਗੁੱਡ ਮਾਰਨਿੰਗ। ਵੈਰੀ ਗੁੱਡ ਮਾਰਨਿੰਗ ਜੀ। ਡਾਕਟਰ ਸਾਹਿਬ, BC ਨੇ ਫੂਡ ਬੈਂਕ ਆਫ ਕੈਨੇਡਾ ਦੇ ਪਹਿਲੇ ਗਰੀਬੀ ਰਿਪੋਰਟ ਕਾਰਡ ਦੇ ਵਿੱਚ D+ ਜਿਹੜਾ ਹੈ ਉਹ ਰੁਤਬਾ ਹਾਸਲ ਕੀਤਾ ਹੈ ਜੀ। ਬੜੀ ਮਾੜੀ ਰਿਪੋਰਟ ਹੈ ਇਹਨਾਂ ਲਈ, ਖਾਸ ਤੌਰ ਤੇ BC ਲਈ ਜੀ। ਜੇ ਚੰਗੀ ਉਹਨਾਂ ਨੇ ਮਾੜੀ ਜੀ ਗੱਲ ਕੀਤੀ ਤਾਂ ਕਿਊਬੈਕ ਬਾਰੇ ਗੱਲ ਕੀਤੀ ਹੈ ਜੀ। ਇਸ਼ੂ ਸੀਗੀ ਕਿ ਖਾਸ ਤੌਰ ਤੇ ਪੈਂਡੇਮਿਕ ਤੋਂ ਬਾਅਦ ਜੀ ਫੂਡ ਬੈਂਕ ਤੇ ਬਹੁਤ ਬੰਦੇ ਰਿਲਾਈ ਕਰਨ ਲੱਗ ਪਏ, ਬਹੁਤ ਜ਼ਿਆਦਾ ਹੋ ਗਿਆ। ਬਿਲਕੁਲ, ਉਹਨਾਂ ਦੇ ਕੋਲ ਇੰਨਾ ਫੂਡ ਆਉਂਦਾ ਨਹੀਂ ਜਿੰਨੇ ਲੋਕ ਖੜੇ ਹੁੰਦੇ ਆ ਜੀ। ਤੇ ਫਿਰ ਉਹਨਾਂ ਨੇ ਉਹ ਇਸ ਗੱਲ ਤੇ ਵੀ ਫਿਕਰਮੰਦ ਆ ਵੀ ਬਹੁਤੇ ਲੋਕੀ ਜਿਹੜੇ ਆ ਹੋਮਲੈਸ ਹੋਈ ਜਾਂਦੇ ਆ, ਘਰ ਹੈ ਨਹੀਂ ਉਹਨਾਂ ਦੇ ਕੋਲ। ਉਹ ਇੱਕ ਤਾਂ ਘਰ ਹੈ ਨਹੀਂ, ਦੂਸਰਾ ਫਿਰ ਫੂਡ ਲੈਣ ਆਉਂਦੇ ਆ, ਫੂਡ ਹੈ ਨਹੀਂ ਉਹਨਾਂ ਦੇ ਕੋਲ। ਫੂਡ ਐਂਡ ਸ਼ੈਲਟਰ ਜਿਹੜੀ ਮੇਨ ਇਸ਼ੂ ਆ। ਜਦੋਂ ਸਰਕਾਰਾਂ ਜਿਹੜੀ ਪਾਵਰਟੀ ਫਾਈਟਿੰਗ ਆ ਉਹ ਪ੍ਰੋਵਿੰਸ਼ੀਅਲ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਬਿਲਕੁਲ। ਤੇ ਉਹ ਪ੍ਰੋਵਿੰਸ਼ੀਅਲ ਸਰਕਾਰਾਂ ਅਨਾਉਂਸ ਤਾਂ ਕਰਦੀਆਂ ਪ੍ਰੋਗਰਾਮ, ਕਦੇ ਕੋਈ ਕਰਤਾ ਕਦੇ ਕੋਈ ਕਰਤਾ ਜੀ, ਉਹਦਾ ਅਸਰ ਕੋਈ ਨਹੀਂ ਹੁੰਦਾ ਜੀ। ਆ ਹੁਣ ਜਦੋਂ ਇਹ ਰਿਪੋਰਟ ਆਈ ਆ ਉਸ ਤੋਂ ਬਾਅਦ ਹੀ ਇੱਕਦਮ ਨੱਠੇ BC ਵਾਲੇ, ਉਸੇ ਦਿਨ ਅਨਾਉਂਸ ਕਰਤਾ ਅਸੀਂ ਜੀ 10 ਮਿਊਨਿਸਪੈਲਿਟੀ ਨੂੰ ਕਹਿਤਾ ਵੀ ਤੁਸੀਂ 60,000 ਹਾਊਸਿੰਗ ਯੂਨਿਟਸ ਬਣਾਓ ਅਗਲੇ 5 ਸਾਲਾਂ ਦੇ ਵਿੱਚ। ਹੁਣ ਕੈਨੇਡੀਅਨ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਜਦੋਂ ਇਦਾਂ ਅੰਕੜੇ ਦਿੰਦੀ ਆ, ਉਹ ਪਹਿਲਾਂ ਦੱਸ ਦਿੰਦੇ ਵੀ ਜੇ ਅਸੀਂ ਕੁਛ ਵੀ ਨਾ ਕਰੀਏ, ਜਿਸ ਸਪੀਡ ਦੇ ਨਾਲ ਹੁਣ ਬਣ ਰਿਹਾ ਆ, ਜਿੱਦਾਂ ਪਰਮਿਟਸ ਦੇ ਰਹੇ ਆ, ਕੰਸਟਰਕਸ਼ਨ ਚੱਲ ਰਹੀ ਆ, ਉਸ ਤਰੀਕੇ ਦੇ ਨਾਲ 30 ਤਾਈਂ ਸਾਡੇ ਕੋਲ 23 ਤੋਂ 24 ਲੱਖ ਯੂਨਿਟ ਬਣਨੇ ਆ। ਪਰ ਇਸ ਵੇਲੇ ਲੋੜ ਸਾਨੂੰ ਹੋ ਰਹੀ ਹੈ 35 ਲੱਖ ਦੀ ਜੀ। 23-24 ਜਿਹੜਾ ਆ ਉਹ ਬਣ ਹੀ ਰਿਹਾ, ਇਸ ਤੋਂ ਇਲਾਵਾ ਚਾਹੀਦਾ। ਸੋ ਜਿਹੜੇ ਪ੍ਰੋਵਿੰਸ਼ੀਅਲ ਸਰਕਾਰ ਨੇ, ਸਾਡੀ BC ਸਰਕਾਰ ਨੇ ਇਦਾਂ ਦੇ ਕੋਈ ਅੰਕੜੇ ਨਹੀਂ ਦਿੱਤੇ ਵੀ ਜੇ ਆਪਣੇ ਆਪ ਹੀ ਉਹ ਚੱਲਦੀ, ਜਿਹੜੀਆਂ 10 ਮਿਊਨਿਸਪੈਲਿਟੀ ਨੂੰ ਤੁਸੀਂ ਕਿਹਾ, ਜਿਸ ਹਿਸਾਬ ਦੇ ਨਾਲ ਉਹ ਪਰਮਿਟ ਇਸ਼ੂ ਕਰ ਰਹੇ ਆ, ਉਹਨਾਂ ਨੇ ਕਿੰਨੇ ਕਰਨੇ ਸੀ, ਤੁਹਾਡੇ ਕਿਹਾ ਦੇ ਕਿੰਨੇ ਕਰਨੇ ਜੀ। ਫਰਕ ਤਾਂ ਹੋਣਾ ਚਾਹੀਦਾ। ਬਿਲਕੁਲ। ਅੰਕੜੇ ਬੜੀ, ਤੁਹਾਡੇ ਆਖੇ ਦਾ ਅਸਰ ਕਿੰਨਾ ਕੀ ਹੈ, ਅੰਕੜੇ ਬੜੇ ਦਿਲਚਸਪ ਆ ਕਿ ਇਹ ਲੁਕਾਉਂਦੇ ਜ਼ਿਆਦਾ ਹੈ, ਦਿਖਾਲਦੇ ਘੱਟ ਆ ਤੁਹਾਨੂੰ ਜੀ। ਤੇ ਉਹਦੇ ਵਿੱਚ ਫੇਰ ਜਿਹੜੀ ਵੱਡੀ ਇਸ਼ੂ ਆ ਗਈ ਹੈ ਹਾਊਸਿੰਗ ਵਨ ਇਸ਼ੂ ਆ। ਫੇਰ ਜਿਹੜੀ ਗਰੋਸਰੀ ਦੀ ਇਸ਼ੂ ਆਈ ਆ ਲੋਕਾਂ ਨੂੰ, ਫੂਡ ਦੀ, ਮਤਲਬ ਕੈਨੇਡਾ ਦੇ ਵਿੱਚ 30ਵਿਆਂ ਦੇ ਵਿੱਚ ਕਹਿੰਦੇ ਹੁੰਦੇ ਸੀ ਵੀ ਇਦਾਂ ਦੇ ਹਾਲਾਤ ਪੈਦਾ ਹੋ ਗਏ ਸੀ ਗ੍ਰੇਟ ਡਿਪਰੈਸ਼ਨ ਤੋਂ ਬਾਅਦ 29 ਦੇ ਤੋਂ। ਉਦੋਂ ਫੂਡ ਬੈਂਕਸ ਬਹੁਤ ਜ਼ਿਆਦਾ ਚੱਲਦੀਆਂ ਸੀ ਕਿਉਂਕਿ ਹਾਲਾਂਕਿ ਕਿਸੇ ਸਰਕਾਰ ਦੀ ਵੀ ਜ਼ਿੰਮੇਵਾਰੀ ਨਹੀਂ ਲਈ ਇਹਨਾਂ ਨੇ। ਚਰਚ ਦੇ ਗਰੁੱਪ ਜਿਹੜੇ ਜ਼ਿਆਦਾ ਇਨਵੋਲਵ ਸੀ, ਪ੍ਰਾਈਵੇਟ ਗਰੁੱਪ ਜ਼ਿਆਦਾ ਇਨਵੋਲਵ ਸੀ ਜੀ। ਹੁਣ ਵੀ ਜਿਹੜੀ ਫੂਡ ਬੈਂਕਸ ਨੂੰ ਕੰਟਰੀਬਿਊਸ਼ਨ ਕਰਦੇ ਆ ਉਹ ਤਾਂ ਪ੍ਰਾਈਵੇਟ ਸੰਸਥਾਵਾਂ ਕਰਦੀਆਂ ਆ ਜੀ, ਚੈਰਿਟੀਜ਼ ਬਣਾਈਆਂ ਆ, ਉਹ ਚੈਰਿਟੀਜ਼ ਪੈਸੇ, ਚੈਰਿਟੀਜ਼ ਤੇ ਜਿਹੜੀ ਪ੍ਰਾਈਵੇਟ ਆ ਉਹਦੀ ਇਸ਼ੂ ਇਹ ਆ ਜਾਂਦੀ ਆ ਵੀ ਉਹ ਤੇ ਜਿੰਨਾ ਖਰਚਾ ਕਰਦੇ ਆ, ਉਹ ਪੈਸੇ ਇਕੱਠੇ ਕਰਨ ਤੇ ਆਪਣੀ ਖੁਦ ਦੀ ਬਿਊਰੋਕ੍ਰੇਸੀ ਆ ਉਹਨਾਂ ਦੀ ਜੀ, ਜਿਹੜੇ ਉਹਨਾਂ ਦੇ ਮੈਨੇਜਰਸ, CEO ਬੜੇ ਮੋਟੇ ਤਨਖਾਹਾਂ ਲੈਂਦੇ ਆ, ਤੇ ਜਿਹੜੇ ਅਸਲੀ ਦੇਣ ਦੇ ਉਹ ਪੈਸਾ ਤਾਂ ਇਕੱਠਾ ਕਰਦੇ, ਦਾਨ ਜਿਹਨੂੰ ਕਹਿੰਦੇ ਦਾਨ, ਜੇ $1 ਇਕੱਠਾ ਕਰਦੇ ਆ ਤਾਂ ਉਹਦੇ ਚੋਂ 2 ਸੈਂਟ ਹੀ ਜਾਂਦੇ ਆ ਦਾਨ ਦੇ ਵਿੱਚ, 98 ਤਾਂ ਇੱਧਰ ਉੱਧਰ ਹੀ ਜਾਂਦੇ ਆ। ਬਿਲਕੁਲ। ਸੋ ਜਿੱਦਾਂ ਮੈਂ ਇੱਕ ਐਗਜ਼ਾਮਪਲ ਦਿੰਦੇ ਆ, ਮਦਰਜ਼ ਅਗੇਂਸਟ ਡਰੰਕ ਡਰਾਈਵਰਸ, ਇੱਕ ਸਾਡੇ ਆਰਗੇਨਾਈਜੇਸ਼ਨ ਹੈ ਜਿਹੜੀ ਪ੍ਰਮੋਸ਼ਨ ਕਰਦੀ ਹੈ ਵੀ ਤੁਸੀਂ ਸ਼ਰਾਬ ਪੀ ਕੇ ਗੱਡੀ ਨਾ ਚਲਾਓ ਜੀ।
ਉਹਨਾਂ ਨੂੰ ਜਿਹੜੀ ਜਥੇਬੰਦੀ ਜਿਹੜੀ ਕਾਰਪੋਰੇਸ਼ਨ ਪੈਸੇ ਇਕੱਠੇ ਕਰਕੇ ਦਿੰਦੀ ਹੈ ਨਾ, ਉਹਨਾਂ ਨੇ ਠੇਕਾ ਕੀਤਾ ਹੈ, ਉਹ ਉਹਨਾਂ ਨੂੰ 70% ਦਿੰਦੇ ਆ। 70% ਜਦੋਂ ਡਾਲਰ ਇਕੱਠਾ ਕਰ ਲਿਆ, 70% ਪਹਿਲਾਂ ਹੀ ਚਲੇ ਗਏ ਉਹਨਾਂ ਦੇ। ਤਾਂ ਬਾਕੀ ਦੇ ਉਹਨਾਂ ਦੇ ਆਪਣੇ ਆ, ਉਹਨਾਂ ਦੇ ਬਿਊਰੋਕ੍ਰੇਸੀ ਆ, ਉਹਨਾਂ ਦੇ ਦਫ਼ਤਰ ਆ, ਉਹਨਾਂ ਦੇ ਬੰਦੇ ਕੰਮ ਕਰਦੇ ਆ ਜੀ। ਤੇ ਐਕਚੁਅਲ ਪੈਸਾ ਕਿੰਨਾ ਕੁ ਲਾਉਂਦੇ ਆ ਉਹ ਡਿਪੈਂਡ ਕਰਦਾ। ਹੁਣ ਤੁਸੀਂ ਸੋਚ ਕੇ ਦੇਖ ਲਓ ਕਿੰਨੇ ਕੁ ਲੱਗਦਾ। ਹੁਣ ਅਮਰੀਕਾ ਦੇ ਵਿੱਚ ਕਹਿੰਦੇ ਹੁੰਦੇ ਵੀ ਇੰਨਾ ਪੈਸਾ ਇਕੱਠਾ ਕਰਦੇ ਆ ਵੀ ਇਹ ਸਾਰੀ ਦੁਨੀਆ ਨੂੰ ਰੋਟੀ ਦੇ ਸਕਦੇ ਉਹਦੇ ਨਾਲ। ਪਰ ਉਹ ਜਥੇਬੰਦੀਆਂ ਦੇ ਜਿਹੜੇ ਦਾਨ ਕਰਨ ਵਾਲੀਆਂ ਜਥੇਬੰਦੀਆਂ ਆ, ਉਹਨਾਂ ਦੇ ਖਰਚੇ ਹੀ ਨਹੀਂ ਪੂਰੇ ਹੁੰਦੇ। ਸਰਕਾਰ ਦਾ ਵੀ ਇਦਾਂ ਹੀ ਆ। ਸਰਕਾਰ ਦੇ ਵਿੱਚ ਜਿਹੜੀ ਇਹਨਾਂ ਨੇ ਗ੍ਰਾਂਟ ਇਸ਼ੂ ਕੀਤੀ ਹੁੰਦੀ ਹੈ ਨਾ, ਉਹਦੇ ਤੇ ਇੰਨੀ ਰੈਡ ਟੇਪ ਆ, ਉਹਨੂੰ ਹਾਸਲ ਕਰਨ ਲਈ ਇੰਨਾ ਲੰਬਾ ਚੌੜਾ ਪ੍ਰੋਸੈਸ ਆ ਨਾ। ਜਿਹੜੀਆਂ ਖਾਸ ਤੌਰ ਤੇ ਥੋੜੀਆਂ ਜਿਹੀਆਂ ਜਥੇਬੰਦੀਆਂ ਜਿਨ੍ਹਾਂ ਨੇ ਤਰੀਕਾ ਲੱਭਿਆ ਆ, ਮਤਲਬ ਉਹਨਾਂ ਦੇ ਕੋਲ ਇੱਕ ਸੈੱਟ ਫਰੇਮ ਪਿਆ ਆ, ਉਹ ਅਡਾਪਟ ਕਰਕੇ ਪੈਸੇ ਲੈ ਲੈਂਦੀਆਂ। ਦੂਸਰੀਆਂ ਜਿਹੜੀਆਂ ਐਕਚੁਅਲੀ ਕੰਮ ਕਰਦੀਆਂ ਲੋਕਾਂ ਲਈ, ਉਹਨਾਂ ਨੂੰ ਪੈਸੇ ਹੀ ਨਹੀਂ ਮਿਲਦੇ। ਇੰਡੀਵਿਜੂਅਲ ਪੈਸੇ ਲੈ ਨਹੀਂ ਸਕਦੇ ਉਹ ਜਿਹੜੇ ਸਰਕਾਰ ਪੈਸੇ ਦਿੰਦੀ ਹੈ। ਏਦਾਂ ਦਾ ਸਿਸਟਮ ਨਹੀਂ ਚੱਲਿਆ ਵੀ ਸਿੱਧੇ ਤੁਸੀਂ ਪੈਸੇ ਦੇ ਦਿਓ ਲੋਕਾਂ ਨੂੰ। ਇੰਨੀ ਬਿਊਰੋਕ੍ਰੇਸੀ ਪਾਈ ਆ, ਇੰਨਾ ਤੁਸੀਂ ਪ੍ਰੋਸੈਸ ਪਾਇਆ ਆ ਜਿਹ ਤੇ ਖਰਚਾ ਕਰਦੇ ਆ। ਅੱਛਾ, ਫੇਰ ਹੁੰਦਾ ਕਿ ਬਹੁਤੀ ਵਾਰੀ ਮਿਊਨਿਸਪੈਲਿਟੀਜ਼ ਦੇ, ਪ੍ਰੋਵਿੰਸ਼ੀਅਲ ਸਰਕਾਰ ਦਾ, ਫੈਡਰਲ ਸਰਕਾਰ ਦਾ, ਇਹ ਤਿੰਨੇ ਹੀ ਇੱਕ ਹੀ ਜਗ੍ਹਾ ਤੇ ਕੰਮ ਕਰਨ ਲੱਗੇ ਹੁੰਦੇ ਜੀ। ਮਤਲਬ ਤਿੰਨ ਲੇਅਰ ਇਹਨਾਂ ਦੇ ਉਹੋ ਹੀ ਬਿਊਰੋਕ੍ਰੇਸੀ ਦਿੰਦੇ ਜਿਹਦੀ ਲੋੜ ਨਹੀਂ ਹੁੰਦੀ। ਬਿਊਰੋਕ੍ਰੇਸੀ ਤਾਂ ਜਿਹੜੀ ਫਿਰ ਇਹ ਆਪਦੇ ਵਾਸਤੇ ਪੈਸੇ ਇਕੱਠੇ ਕਰਦੀ ਹੈ, ਦਾਨ ਜੀ ਲੋਕਾਂ ਵਾਸਤੇ ਤਾਂ ਨਹੀਂ ਹੁੰਦਾ। ਇਹ ਪ੍ਰਾਈਵੇਟਲੀ ਤਾਂ ਆਪਣੇ ਹੀ ਕਰਦੇ ਆ। ਜਿਹੜੀ ਸਰਕਾਰੀ ਆ ਉਹ ਉਹਨਾਂ ਨੂੰ ਤਨਖਾਹ ਦਿੰਦੇ ਆ। ਤਨਖਾਹਾਂ ਦੇ ਕੇ ਮਤਲਬ ਜੇ ਤੁਸੀਂ ਇੱਕ ਲੈਵਲ ਦੀ ਗਵਰਨਮੈਂਟ ਵੀ ਉਹੀ ਕੰਮ ਕਰ ਰਹੀ ਹੈ, ਦੂਸਰੇ ਲੈਵਲ ਦੀ ਵੀ ਗਵਰਨਮੈਂਟ ਉਹੀ ਕਰ ਰਹੀ ਹੈ, ਤੀਸਰੇ ਲੈਵਲ ਦੀ ਵੀ ਉਹੀ ਕਰ ਰਹੀ ਹੈ, ਕੰਮ ਉਹੀ ਕਰ ਰਹੇ ਆ ਜੀ ਜਿਹੜੇ ਕਰਦੇ ਆ। ਤੇ ਉਹ ਜੇ ਤੁਸੀਂ ਤੁਹਾਡੀ ਕੋਈ ਰਿਫਾਰਮ ਕੀਤੀ ਹੋਵੇ ਸਿਸਟਮ ਦੇ ਵਿੱਚ, ਪਤਾ ਲੱਗੇ ਤੁਹਾਨੂੰ ਵੀ ਆਹ ਜਿਹੜਾ ਕੰਮ ਆ ਇੱਕ ਹੀ ਲੈਵਲ ਦੀ ਗਵਰਨਮੈਂਟ ਕਰੇ। ਤੇ ਕੁਛ ਪ੍ਰਾਈਵੇਟ ਜਿਹੜੀਆਂ ਜਥੇਬੰਦੀਆਂ ਆ, ਜਿਹੜੀਆਂ ਚੈਰਿਟੀਜ਼ ਆ, ਉਹਨਾਂ ਦੇ ਕੋਲ ਕਿੱਦਾਂ ਪੈਸਾ ਉੱਪਰ ਦਾ ਕਰਨਾ ਹੈ। ਆ ਫੂਡ ਬੈਂਕਸ ਦੇ ਵਿੱਚ ਹੀ ਆ। ਫੂਡ ਬੈਂਕਸ ਦੀ ਤੁਸੀਂ ਚੀਫ ਐਗਜ਼ੀਕਟਿਵ ਅਫਸਰ ਜਿਹੜੇ ਆ, ਇਹਨਾਂ ਦੀ ਤਨਖਾਹ ਦੇਖ ਲਿਓ ਜੀ। ਉੱਥੇ ਜਿਹੜੇ ਰੋਟੀ ਲੈਣ ਆਉਂਦੇ ਵਿਚਾਰੇ, ਉਹ ਤਾਂ ਭੁੱਖੇ ਮਰਦੇ ਹੁੰਦੇ ਆ, ਤੇ ਇਹਨਾਂ ਦੇ ਲਗਜ਼ਰੀ ਦੇ ਤਨਖਾਹਾਂ ਦੇਖਣ ਵਾਲੀਆਂ ਹੁੰਦੀਆਂ। ਬਿਲਕੁਲ। ਸੋ D+ ਦਾ ਮਤਲਬ ਆ ਕੈਨੇਡਾ ਦੇ ਵਿੱਚ ਜਿਹੜਾ ਪਾਸਿੰਗ ਮਾਰਕ ਦਿੰਨੇ ਆ ਉਹ D ਹੁੰਦਾ ਜੀ। ਪਰ ਵੈਸੇ ਜੇ ਤੁਸੀਂ ਯੂਨੀਵਰਸਿਟੀ ਦੀ ਐਜੂਕੇਸ਼ਨ ਲੈਣੀ ਆ ਤਾਂ C ਤੋਂ ਘੱਟ ਐਵਰੇਜ ਹੋਵੇ ਤਾਂ ਉਹਨੂੰ ਕੋਈ ਵੀ ਹੋਰ ਯੂਨੀਵਰਸਿਟੀ ਰੈਕਗਨਾਈਜ਼ ਨਹੀਂ ਕਰਦੀ ਜੀ। ਜੇ ਤੁਸੀਂ ਆਪਣੀ ਬੈਚਲਰ ਡਿਗਰੀ ਜਾਂ ਲੈਣੀ ਆ ਨਾ ਜੀ, ਉਹਦੇ ਚ ਘੱਟੋ ਘੱਟ ਮਾਰਕ ਜਿਹੜਾ ਉਹ C ਹੋਣਾ ਚਾਹੀਦਾ, ਗ੍ਰੇਡੇਸ਼ਨ ਜਿਹੜੀ ਉਹਦੀ। ਤਾਂ ਉਹਦਾ ਵੈਸੇ ਜੇ ਕੋਰਸ ਕਿਸੇ ਨੇ ਪਾਸ ਕਰਨਾ ਹੋਵੇ ਤਾਂ ਉਹ D ਦੇ ਨਾਲ ਪਾਸਿੰਗ ਮਾਰਕ ਹੈਗਾ ਜੀ। ਉਹ ਇਸ ਕਰਕੇ ਕਰ ਲੈਂਦੇ ਵੀ ਕਈਆਂ ਦੇ ਵਿੱਚ ਉਹਨਾਂ ਨੂੰ B ਆ ਜਾਂਦੀ, A ਆ ਜਾਂਦੀ, ਉਹਦੇ ਨਾਲ GPA ਜਿਹੜੀ ਉਹਨਾਂ ਦੀ ਪੁਆਇੰਟ ਐਵਰੇਜ ਉੱਤੇ ਹੋ ਜਾਂਦੀ ਹੈ, ਉਹਦਾ ਕਰਕੇ। ਸੋ D+ ਮਤਲਬ 33% ਆਪਣੇ ਕਹਿੰਦੇ ਹੁੰਦੇ ਪਾਸ ਆ। ਤੇ ਕਿਊਬੈਕ ਸਿਰਫ ਇੱਕ ਸਰਕਾਰ ਹੈ ਜਿਨ੍ਹਾਂ ਨੂੰ ਥੋੜੇ ਜਿਹੇ ਮਾਰਕ ਚੰਗੇ ਦਿੱਤੇ ਆ। ਉਹ ਵੀ ਸੈਕੰਡ ਡਿਵੀਜ਼ਨ ਵਾਲੀ ਹੈ, ਲੋਅਰ ਸੈਕੰਡ ਡਿਵੀਜ਼ਨ ਕਹਿ ਲਓ ਤੁਸੀਂ, B- ਦਿੱਤੀ ਆ ਉਹਨਾਂ ਨੂੰ ਜੀ। ਪਾਵਰਟੀ ਫਾਈਟਿੰਗ ਲਈ ਕੋਈ ਜਾਦੂ ਦੀ ਛੜੀ ਤਾਂ ਹੈ ਨਹੀਂ ਕੋਈ ਕਿਸੇ ਦੇ ਕੋਲ ਵੀ ਜੀ। ਇਹ ਦੋ ਗੱਲਾਂ ਜਿਹੜੀਆਂ ਫੂਡ ਤੇ ਹਾਊਸਿੰਗ ਆਉਂਦੀਆਂ, ਇਹਨਾਂ ਲਈ ਜਿੰਨਾ ਚਿਰ ਚੰਗੀ ਕੋਆਰਡੀਨੇਸ਼ਨ ਸਾਰੀਆਂ ਸਰਕਾਰਾਂ 'ਚ ਨਹੀਂ ਹੁੰਦੀ, ਉਹਨਾਂ ਚਿਰ ਤੇ ਕੁਝ ਨਹੀਂ ਬਣਨਾ ਜੀ। ਹਾਂ ਠੀਕ ਹੈ, ਇਲੈਕਸ਼ਨ ਆ ਜਾਣੀ ਆ, ਇਲੈਕਸ਼ਨ 'ਚ ਤੁਸੀਂ ਦੱਸਣ ਜੋਗੇ ਰਹਿ ਜਾਂਦੇ ਆંકੜੇ ਜਿਹੜੇ ਮੈਨੀਫੈਸਟੋ ਜ਼ਾਹਰ ਕਰਨਾ ਹੁੰਦਾ ਨਾ, ਉਹ ਦੱਸ ਦਿੰਦੇ ਵੀ ਅਸੀਂ ਇੰਨੇ ਆਹ ਕੰਮ ਕੀਤਾ ਸੀ, ਅਸੀਂ ਆਹ ਕੰਮ ਕੀਤਾ ਸੀ। ਉਹ ਦੱਸਣ ਲਈ ਹੈਗਾ ਤੁਸੀਂ, ਪਰ ਉਹਦਾ ਅਸਰ ਕਿੰਨਾ ਕੁ ਹੁੰਦਾ ਆ ਉਹ ਇਸ ਰਿਪੋਰਟ ਤੋਂ ਪਤਾ ਲੱਗਦਾ ਜੀ। ਵੀ ਥੱਲੇ ਦਾ ਤਾਂ ਕੁਝ ਨਹੀਂ ਪਹੁੰਚਦਾ ਜੀ। ਡਾਕਟਰ ਸਾਹਿਬ, ਇਹ ਇਸ ਤਰ੍ਹਾਂ ਦੇ ਜਦੋਂ ਲਕਬ ਮਿਲਦੇ ਇਹਨਾਂ ਨੂੰ, ਜਿਵੇਂ D+ ਵਾਲਾ ਹੁਣ ਮਿਲਿਆ, ਇਹ ਸ਼ਰਮ ਸ਼ੁਰੂ ਵੀ ਮੰਨਦੇ ਆ ਕਿ ਦੋ ਪਈਆਂ ਵਿਸਰ ਗਈਆਂ ਹੀ ਹੁੰਦੇ ਆ ਜੀ? ਦੇਖੋ, ਇਹ ਰਿਪੋਰਟ ਨੂੰ ਥੋੜੇ ਜਿਹਾ ਬੰਦਿਆਂ ਨੇ ਪੜ੍ਹਨਾ ਆ ਜੀ,
ਤੇ ਥੋੜੇ ਜਿਹੇ ਜਿਹੜੇ ਐਕਟਿਵਿਸਟ ਆ ਜੀ। ਉਹ ਨੁਕਤਾਚੀਨੀ ਵੀ ਕਰਨੀ ਬਿਲਕੁਲ ਵੀ ਤੁਸੀਂ ਕਹਿੰਦੇ ਅਸੀਂ ਗਰੀਬਾਂ ਦੇ ਪੱਖ ਦੇ ਵਿੱਚ ਆ ਰਿਪੋਰਟ ਤਾਂ ਕਹਿੰਦੀ ਹੈ ਵੀ ਤੁਸੀਂ ਕੁਝ ਨਹੀਂ ਕੀਤਾ। ਇੱਕ ਦੋ ਦਿਨ ਦੇ ਵਿੱਚ ਮੀਡੀਆ 'ਚ ਡਿਸਕਸ਼ਨ ਹੋਣੀ ਆ ਤਾਂ ਇਸ ਗੱਲ ਦਾ ਉਹਨਾਂ ਨੂੰ ਵੀ ਪਤਾ ਆ ਵੀ ਲੋਕਾਂ ਨੇ 2 ਦਿਨਾਂ ਬਾਅਦ ਇਹ ਗੱਲ ਭੁੱਲ ਜਾਣੀ ਯਾਦਾਸ਼ਤ ਮਾੜੀ ਲੋਕਾਂ ਇਹ ਯਾਦਾਸ਼ਤ ਤੇ ਉਹਨਾਂ ਨੂੰ ਪਤਾ ਆ ਨਾ ਜਿਹੜੇ ਬੰਦੇ ਬੈਠੇ ਆ ਵੀ ਇਸ ਗੱਲ ਦੀ ਸਦਾ ਹੀ ਡਿਸਕਸ਼ਨ ਨਹੀਂ ਹੋਣੀ। ਜਦੋਂ ਇਲੈਕਸ਼ਨ ਆਈ ਉਦੋਂ ਅਸੀਂ ਕਹਿਣਾ ਵੀ ਇਸ ਰਿਪੋਰਟ ਤੋਂ ਬਾਅਦ ਹੀ ਅਸੀਂ ਕਹਿਤਾ ਸੀ 60,000 ਘਰ ਬਣਾਓ। ਬਿਲਕੁਲ ਉਹ ਕਹਿ ਦਿੱਤਾ ਸੀ ਉਹ 5 ਸਾਲਾਂ ਲਈ ਕਿਹਾ ਵੀ 5 ਸਾਲਾਂ ਦੇ ਵਿੱਚ 60,000 ਘਰ ਬਣਾਓ। ਇਲੈਕਸ਼ਨ ਆਉਣੀ ਆ ਪਹਿਲਾਂ ਬਿਲਕੁਲ ਕਹਿਣਗੇ ਅਸੀਂ ਤਾਂ ਕਿਹਾ ਹੈ ਇਹਨਾਂ ਨੂੰ 5 ਸਾਲਾਂ ਬਾਅਦ ਇਹਨਾਂ ਤੋਂ ਰਿਪੋਰਟ ਮੰਗਾਂਗੇ ਵੀ ਤੁਸੀਂ ਬਣਾਏ ਜਾਂ ਨਹੀਂ। ਅਗਲੇ ਵਾਰੀ ਜਵਾਬ ਇਸ ਕਰਕੇ ਨਹੀਂ ਦੇਣਾ ਵੀ ਤੁਸੀਂ ਸਾਨੂੰ ਮੌਕਾ ਨਹੀਂ ਦਿੱਤਾ ਸੀ ਤਾਂ 5 ਸਾਲਾਂ 'ਚ ਬਣਾ ਦੇਣਾ ਸੀ। ਨਹੀਂ ਤਾਂ ਜੇ ਤਾਂ ਹਾਰ ਗਏ ਤਾਂ ਫੇਰ ਤਾਂ ਠੀਕ ਹੈ, ਫੇਰ ਤਾਂ ਉਹ ਜਿਹੜੀ ਨਵੀਂ ਪਾਰਟੀ ਆ ਉਹਦੇ ਸਿਰ ਪੈ ਗਿਆ। ਜੇ ਜਿੱਤ ਗਏ ਫੇਰ ਵੀ ਇਹੀ ਗੱਲ ਹੈ ਕਿ ਉਹ ਜਿੱਤ ਗਏ ਆ, ਕੋਈ ਗੱਲ ਨਹੀਂ, ਅਸੀਂ ਇਹਨਾਂ ਨੂੰ ਕਿਹਾ ਸੀ ਮਿਊਨਿਸਪੈਲਿਟੀਜ਼ ਨੂੰ, ਇਹਨਾਂ ਨੇ ਬਣਾਇਆ ਨਹੀਂ, ਹੁਣ ਸਾਨੂੰ ਲੱਗਦਾ ਆਪੇ ਹੀ ਐਕਸ਼ਨ ਲੈਣਾ ਪੈਣਾ। ਬਿਲਕੁਲ ਜੀ। ਸੋ ਡਾਕਟਰ ਸਾਹਿਬ, ਕੈਨੇਡਾ ਦੇ ਵਿੱਚ ਪੈਦਾ ਹੋਏ ਬੱਚਿਆਂ ਦੀ ਗਿਣਤੀ ਪਿਛਲੇ 17 ਸਾਲਾਂ ਦੇ ਵਿੱਚ ਬਹੁਤ ਨੀਵੇਂ ਪੱਧਰ ਤੇ ਚਲੀ ਗਈ ਹੈ ਜੀ। ਇੱਕ ਪ੍ਰਤੀ ਔਰਤ ਦੇ ਜਿਹੜੇ ਡੈਮੋਗ੍ਰਾਫਰਸ ਆ ਉਹ ਕਹਿੰਦੇ ਕਿ ਜੇ ਉਹਨਾਂ ਦੇ 2.3 ਜੀ ਮਤਲਬ ਬੱਚੇ ਹੁੰਦੇ ਤਾਂ ਨਹੀਂ, ਮਤਲਬ ਕਦੇ 2.3 ਮਤਲਬ 100 ਔਰਤ ਦੇ ਵਿੱਚ 230 ਬੱਚੇ ਹੋਣੇ ਚਾਹੀਦੇ ਉਹਨਾਂ। ਤਾਂ ਫੇਰ ਸਾਡੀ ਜਿਹੜੀ ਪਾਪੂਲੇਸ਼ਨ ਆ ਉਹ ਬਰਾਬਰ ਰਹਿੰਦੀ ਆ, ਕਿਉਂਕਿ ਕਈਆਂ ਔਰਤਾਂ ਦੇ ਹੁੰਦੇ ਨੇ, ਕਈ ਵਿਆਹ ਨਹੀਂ ਕਰਾਉਂਦੇ, ਜਾਂ ਇੱਥੇ ਨਵੀਂ ਲਾਈਫ ਸਟਾਈਲ ਵੀ ਹੈਗੀ ਆ। ਤੇ ਉਹਦੇ ਹਿਸਾਬ ਨਾਲ 230 ਦਾ ਅੰਕੜਾ ਉਹਨਾਂ ਨੇ ਰੱਖਿਆ ਆ ਕਿ ਨਾ ਵਧੂਗੀ ਨਾ ਘਟੂਗੀ ਪਾਪੂਲੇਸ਼ਨ। ਜੇ ਵਧਾਉਣੀ ਆ ਤਾਂ 230 ਤੋਂ ਜ਼ਿਆਦਾ ਹੋਣੇ ਚਾਹੀਦੇ ਆ, ਜੇ ਘਟਾਉਣੀ ਆ ਤਾਂ ਫਿਰ ਥੱਲੇ ਆਈ ਜਾਣ ਜੀ। ਤੇ ਨਵੇਂ ਅੰਕੜੇ ਨੇ ਦੱਸਿਆ ਕਿ 100 ਔਰਤ ਮਗਰ ਕੈਨੇਡਾ ਦੇ ਵਿੱਚ 144 ਬੱਚੇ ਪੈਦਾ ਹੁੰਦੇ ਆ। ਹੁਣ 144 ਤਾਂ ਦੇਖ ਲਓ ਕਿੰਨਾ ਘਟ ਗਏ। 230 ਚਾਹੀਦੇ ਆ, 144 ਹੈਗੇ ਆ। ਤੇ ਇਹਦਾ ਇੱਕੋ ਹੀ ਤਰੀਕਾ ਆ ਹੁਣ, ਜਿਹਦੇ ਇਮੀਗ੍ਰੇਸ਼ਨ ਦੀ ਰੌਲਾ ਪਾਉਂਦੇ ਆ ਕਿ ਇਮੀਗ੍ਰੇਸ਼ਨ ਨਹੀਂ ਹੋਣੀ ਚਾਹੀਦੀ। ਜੇ ਤੁਸੀਂ ਇਮੀਗ੍ਰੈਂਟਸ ਨਹੀਂ ਲੈਂਦੇ ਫੇਰ ਤਾਂ 2 ਹੀ ਟ੍ਰੈਂਡ ਚੱਲੀ ਜਾਣੇ ਆ। ਇੱਕ ਤਾਂ ਪਾਪੂਲੇਸ਼ਨ ਵੈਸੇ ਘਟੀ ਜਾਂਦੀ, ਤੇ ਦੂਸਰਾ ਜਿਹੜੀ ਪਾਪੂਲੇਸ਼ਨ ਆ ਉਹ ਏਜ ਜ਼ਿਆਦਾ ਹੋ ਜਾਂਦੀ ਹੈ, ਬੁੱਢੇ ਜ਼ਿਆਦਾ ਹੋ ਜਾਂਦੇ। ਤੇ ਜੇ ਉਹ ਪਾਪੂਲੇਸ਼ਨ ਕੰਮ ਕਰਨ ਵਾਲਿਆਂ ਦੀ ਘਟਦੀ ਆ ਤਾਂ ਫਿਰ ਤੁਸੀਂ ਸਸਟੇਨ ਨਹੀਂ ਕਰ ਸਕਦੇ। ਜਿਹੜੇ ਪੈਂਟਾਂ ਤੋਂ ਉੱਪਰ ਹੋ ਜਾਂਦੇ ਆ, ਜਿਨ੍ਹਾਂ ਨੂੰ ਤੁਸੀਂ ਪੈਨਸ਼ਨ ਦੇਣੀ ਸ਼ੁਰੂ ਕਰਦੇ ਆ, ਉਹਨਾਂ ਨੂੰ ਸਸਟੇਨ ਕਰਨ ਲਈ ਤਾਂ ਬੰਦੇ ਕੰਮ ਕਰਨ ਵਾਲੇ ਚਾਹੀਦੇ ਆ, ਜਿਹੜੇ ਟੈਕਸ ਬੇਸ ਨੂੰ ਕੰਟਰੀਬਿਊਟ ਕਰਨ। ਉਹ ਹੈ ਨਹੀਂਗਾ ਸਾਡੇ ਕੋਲ ਜੀ। ਹੁਣ ਜਿਸ ਤਰੀਕੇ ਦੇ ਨਾਲ ਸਾਡੀ ਸੁਸਾਇਟੀ ਜਾ ਰਹੀ ਹੈ, LGBT ਕਮਿਊਨਿਟੀ ਨੂੰ ਪ੍ਰਮੋਟ ਕਰਦੇ ਆ, ਨਵਾਂ ਲਾਈਫ ਸਟਾਈਲ ਪ੍ਰਮੋਟ ਕਰਦੇ ਆ। ਅੱਜ ਕੱਲ ਮਹਿੰਗਾਈ ਵੀ ਹੋਈ ਆ, ਲੋਕੀ ਜਿਹੜੇ ਵਿਆਹ ਵੀ ਕਰਾਉਂਦੇ ਆ ਉਹ ਵੀ ਸੋਚਦੇ ਕਿ ਅਸੀਂ ਪੈਰਾਂ ਤੇ ਖੜਨਾ ਆ, ਫੇਰ ਅਸੀਂ ਸਾਡੇ ਬੱਚੇ ਹੋਣਗੇ। ਤੇ ਉਹਦੇ ਹਿਸਾਬ ਨਾਲ 144 ਤੋਂ ਵੀ ਮੇਰਾ ਖਿਆਲ ਅਗਲੇ 10 ਸਾਲਾਂ ਦੇ ਵਿੱਚ ਇਹ ਵੀ ਘਟਣੀ ਹੈ। ਇਹ ਵੀ ਘਟਣਗੇ ਬਿਲਕੁਲ। ਇਸ ਨੰਬਰ ਤੇ ਵੀ ਇਹਨਾਂ ਨੇ ਰਹਿਣਾ ਨਹੀਂ, ਕਿਉਂਕਿ ਲਗਾਤਾਰ 149 ਦੇ ਤਾਂ ਹੁਣ ਜਾਏ। ਪਿਛਲੀ ਰਿਪੋਰਟ ਤੇ ਮੈਂ ਪੜ੍ਹਦਾ ਸੀ 149 ਸੀ, ਹੁਣ 144 ਹੋ ਗਏ। ਤੇ 5 ਦਾ ਬਹੁਤ ਫਰਕ ਪੈਂਦਾ ਹੈ ਜੀ। ਜੇ ਇਸੇ ਤਰੀਕੇ ਨਾਲ ਘਟਦੇ ਰਹੇ, ਤੁਸੀਂ ਕਹਿੰਦੇ ਕਿ ਅਸੀਂ ਇਮੀਗ੍ਰੈਂਟ ਨਹੀਂ ਲੈਣੇ, ਫੇਰ ਦੱਸੋ ਕੀ ਕਰੋਗੇ ਤੁਸੀਂ? ਪ੍ਰੋਬਲਮ ਤਾਂ ਇਹ ਪਈ ਆ, ਜਿੱਦਾਂ ਜਾਪਾਨ ਵਾਲਿਆਂ ਦੇ ਇਹ ਪ੍ਰੋਬਲਮ ਪਈ ਸੀ। ਜਦੋਂ ਵੀ ਡਿਵੈਲਪਡ ਹੁੰਨੇ ਆ ਤੁਸੀਂ, ਜਿਹੜੇ ਐਜੂਕੇਟਡ ਬੰਦੇ ਬਣ ਜਾਂਦੇ ਆ, ਉਹਨਾਂ ਦੇ ਬੱਚੇ ਘੱਟ ਹੁੰਦੇ ਆ। ਸਾਰੀਆਂ ਸੁਸਾਇਟੀ ਦੇ, ਇਕੱਲੀ ਇੱਕ ਸੁਸਾਇਟੀ ਦੀ ਨਹੀਂ ਗੱਲ ਕਰਦੇ, ਉਹ ਸਾਰੇ। ਚੀਨ ਦੇ ਵਿੱਚ ਉਹਨਾਂ ਨੇ ਪੰਗਾ ਲੈ ਲਿਆ ਆਪ ਕਿ ਜਦੋਂ ਇੱਕ ਬੱਚਾ ਪ੍ਰਮੋਟ ਕਰਨ ਲੱਗ ਪਿਆ ਨਾ, ਉਸ ਵੇਲੇ ਉਹ ਇੱਕ ਤਾਂ ਸੰਤੁਲਨ ਜਿਹੜਾ ਜੈਂਡਰ ਦਾ ਸੀ ਉਹ ਖਰਾਬ ਹੋ ਗਿਆ। ਮੁੰਡੇ ਜ਼ਿਆਦਾ ਚਾਹੁੰਦੇ ਆ ਉੱਥੇ ਵੀ, ਸਾਡੇ ਵਾਂਗੂ ਮੁੰਡੇ ਜ਼ਿਆਦਾ ਹੋ ਗਏ। ਤਾਂ ਦੂਸਰਾ ਬੱਚੇ ਬਹੁਤ ਇੱਕਦਮ ਘਟ ਗਏ। ਜਿਹੜੀ ਬਜ਼ੁਰਗਾਂ ਦੀ ਪਾਪੂਲੇਸ਼ਨ ਜਿਹੜੀ ਆ, ਉਹ ਅੱਜ ਕੱਲ ਮੈਡੀਕਲ ਸਹੂਲਤਾਂ ਚੰਗੀਆਂ ਆ, ਖਾਣੇ ਪੀਣੇ ਚੰਗੇ ਆ, ਉਹਨਾਂ ਦੀ ਗਿਣਤੀ ਵੱਧ ਗਈ। ਤੇ ਜਿਹੜੇ ਕੰਮ ਕਰਨ ਵਾਲੇ ਬੰਦੇ ਸੀ ਉਹਨਾਂ ਦੀ ਗਿਣਤੀ ਘਟ ਗਈ। ਤੇ ਪਹਿਲਾ ਅਲਾਰਮ ਉਹਨਾਂ ਨੇ ਹੁਣ
ਮਤਲਬ ਇਨਸੈਂਟਿਵ ਦਿੰਦੇ ਫਿਰਦੇ ਆ ਉਹ ਕਿ ਵਿਆਹ ਕਰਾਓ, ਬੱਚੇ ਕਰੋ, ਅਸੀਂ ਤੁਹਾਨੂੰ ਆਹ ਇਨਸੈਂਟਿਵ ਦੇਵਾਂਗੇ, ਆਹ ਇਨਸੈਂਟਿਵ ਦੇਵਾਂਗੇ। ਹਾਲਾਂਕਿ ਜਿਹੜੇ ਜਿੱਥੇ ਜਿੱਥੇ ਵੀ ਟ੍ਰੈਂਡ ਇਹ ਹੀ ਆ, ਜਿੱਥੇ ਜਿੱਥੇ ਵੀ ਵਿਕਸਿਤ ਹੁੰਦੇ, ਜਿਹਨੂੰ ਵਿਕਸਿਤ ਅਸੀਂ ਕਹਿੰਦੇ ਆ ਜੀ, ਮਤਲਬ ਜਿਹੜੇ ਬੰਦੇ ਪੜ੍ਹ ਲਿਖ ਜਾਂਦੇ ਆ, ਸਿਟੀਜ਼ ਦੇ ਵਿੱਚ ਮੂਵ ਹੋ ਜਾਂਦੇ ਆ, ਇੰਡਸਟਰੀਅਲਾਈਜੇਸ਼ਨ ਹੋ ਚੁੱਕੀ ਆ, ਉੱਥੇ ਫੇਰ ਪਾਪੂਲੇਸ਼ਨ ਘਟਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਉਹਨਾਂ ਦੇ ਬੱਚੇ ਘੱਟ ਹੁੰਦੇ ਆ। ਬਿਲਕੁਲ ਸੋਚ ਦਾ ਫਰਕ ਪੈ ਜਾਂਦਾ, ਸੋਚ ਦਾ ਫਰਕ ਪੈ ਜਾਂਦਾ। ਸੋਚ ਦਾ ਫਰਕ ਮਤਲਬ ਇਦਾਂ ਦਾ ਪੈਣਾ ਚਾਹੀਦਾ, ਇੱਥੇ ਹੋਣਾ ਤਾਂ ਉਲਟਾ ਚਾਹੀਦਾ ਵੀ ਤੁਹਾਡੇ ਸਹੂਲਤਾਂ ਜ਼ਿਆਦਾ, ਤੁਹਾਡੇ ਜ਼ਿਆਦਾ ਬੱਚੇ, ਕਿ ਪਿੰਡਾਂ ਦੇ ਵਿੱਚ ਸਹੂਲਤਾਂ ਘੱਟ ਹੈ, ਪਰ ਉਲਟਾ ਹੋ ਰਿਹਾ। ਬਿਲਕੁਲ ਜੀ। ਡਾਕਟਰ ਸਾਹਿਬ, ਲੇਜ਼ਰ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ ਕੰਜ਼ਰਵੇਟਿਵ ਜਿਹੜੇ ਆ ਉਹਨਾਂ ਦੀ ਅਗੇਤ ਅਜੇ ਜਾਰੀ ਹੈ, 39% ਤੇ ਉਹ, ਤੇ ਲਿਬਰਲ ਹਜੇ 12 ਤੇ ਥੱਲੇ ਨੇ ਜੀ ਉਹਨਾਂ ਦੇ। ਇਹ ਨਵਾਂ ਓਪੀਨੀਅਨ ਪੋਲ ਜਿਹੜਾ ਨਾ, ਇਹਦੇ ਦੋ ਪਹਿਲੂ ਆ ਜੀ। ਇੱਕ ਤਾਂ 39% ਤਾਂ ਅੱਗੇ ਵੀ ਪਿਛਲੇ ਓਪੀਨੀਅਨ ਪੋਲ ਚ ਵੀ ਇੰਨੀ ਸੀਗੀ 39% ਕੰਜ਼ਰਵੇਟਿਵਸ ਦੀ, 26% ਲਿਬਰਲਸ ਦੀ, ਸੋ 13% ਦਾ ਇਹਨਾਂ ਦਾ ਫਰਕ ਹੈ। ਨੰਬਰ 1, ਇਹ ਪੋਲ ਜਦੋਂ ਇੰਡੀਆ ਐਲੀਗੇਸ਼ਨ ਲਾਇਆ ਨਾ ਜਸਟਿਨ ਟਰੂਡੋ ਨੇ, ਉਸ ਤੋਂ ਬਾਅਦ ਆਇਆ। ਸੋ ਜੇ ਤੁਸੀਂ ਦੇਖਦੇ ਆ ਵੀ ਉਹਦੇ ਨਾਲ ਕੀ ਫਾਇਦਾ ਹੋਇਆ ਜਾਂ ਕੀ ਘਾਟਾ ਪਿਆ, ਕੋਈ ਇਹਨਾਂ ਨੂੰ ਫਾਇਦਾ ਨਹੀਂ ਹੋਇਆ ਕੁਝ ਵੀ। ਉਹਦੇ ਵਿੱਚ ਅੰਕੜੇ ਓਨੇ ਹੀ ਰਹੇ ਜਿੰਨੇ ਪਿਛਲੀ ਵਾਰ ਸੀਗੇ ਜੀ। ਤੇ ਦੂਸਰਾ ਵੱਡੀ ਗੱਲ ਹੈ ਕਿ ਜੇ ਇਹ ਅੰਕੜੇ ਇਹ ਰਿਫਲੈਕਟ ਕਰਦੇ ਆ ਜਦੋਂ ਤੁਸੀਂ ਸੀਟਾਂ ਨੂੰ ਦੇਖਦੇ ਆ ਜੀ, ਕਿਉਂਕਿ ਅੰਕੜੇ ਕੁਝ ਨਹੀਂ ਕਰ ਸਕਦੇ ਜੇ ਤੁਸੀਂ ਸੀਟਾਂ, ਅੰਕੜੇ ਤਾਂ ਪਿਛਲੀ ਵਾਰੀ ਵੀ ਜ਼ਿਆਦੇ ਸੀ, ਵੋਟਾਂ ਵੀ ਇਹਨਾਂ ਨੂੰ ਜ਼ਿਆਦਾ ਮਿਲੀਆਂ ਕੰਜ਼ਰਵੇਟਿਵ ਨੂੰ, ਪਰ ਸੀਟਾਂ ਉਹਨਾਂ ਦੀਆਂ ਘੱਟ ਸੀ, ਕਾਫੀ ਘੱਟ ਸੀ ਉਹਨਾਂ ਨੂੰ ਜੀ। ਸਾਡੇ ਮੈਜਿਕ ਨੰਬਰ ਹੈਗਾ ਆ 170 ਜੀ, 170 ਜਾਂ ਜ਼ਿਆਦਾ ਜਿਹੜੀਆਂ ਸੀਟਾਂ ਲੈ ਜਾਂਦਾ, ਮੈਜੋਰਟੀ ਸਰਕਾਰ ਬਣ ਜਾਂਦੀ। ਤੇ ਹੁਣ ਕਿਆਸ ਰਾਏ ਲੱਗਦੇ ਆ ਕਿ ਜੇ ਤੁਸੀਂ ਸੀਟਾਂ ਨੂੰ ਐਡਜਸਟ ਕਰਦੇ ਆ ਤੇ ਫੇਰ ਉਹਨਾਂ ਦੀ ਮੈਜੋਰਟੀ ਬਣਦੀ ਆ, ਕਿਉਂਕਿ ਜਦੋਂ ਜੇ ਨੰਬਰ ਉੱਪਰ ਥੱਲੇ ਹੋ ਜਾਂਦੇ ਉਹਦਾ ਮਤਲਬ ਕੋਈ ਨਹੀਂ ਹੈ, ਕੁਝ ਨਹੀਂ ਹੈ। ਜਿੱਦਾਂ ਅਲਬਰਟਾ, ਸਸਕੈਚਵਨ ਵਗੈਰਾ ਹੋਇਆ ਨਾ, ਇੱਥੇ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਇਦਾਂ ਜਿੱਤਦੇ ਆ, ਕਿਸੇ ਦੇ 70% ਹੁੰਦੇ ਆ ਵੋਟਾਂ, ਕਿਸੇ ਦੀਆਂ 72% ਹੁੰਦੀਆਂ। ਹੁਣ ਉਸੇ ਓਪੀਨੀਅਨ ਪੋਲ ਜਦੋਂ ਲੈਣਾ, ਜੇ ਕੋਈ 70% ਪਹਿਲਾਂ ਲੈ ਲਿਆ, ਉਦੋਂ ਬਾਅਦ 75 ਹੋ ਗਿਆ ਜਾਂ 80 ਹੋ ਗਿਆ, ਉਹ ਤਾਂ ਸੀਟ ਹੀ ਜਿੱਤਣੀ ਆ, ਚਾਹੇ ਇੱਕ ਵੋਟ ਨਾਲ ਜਿੱਤ ਲਓ, ਚਾਹੇ 15,000 ਨਾਲ ਜਿੱਤ ਲਓ ਜੀ, ਬਿਲਕੁਲ ਫਰਕ ਤਾਂ ਕੋਈ ਪੈਂਦਾ। ਸੋ ਇਸ ਕਰਕੇ ਹੁਣ ਜਿਹੜੇ ਉਹਨਾਂ ਨੇ ਦੇਖੇ ਵੀ ਉਹਨਾਂ ਦੀ ਸਪੋਰਟ ਸਾਰੇ ਕੈਨੇਡਾ ਦੇ ਵਿੱਚ, ਇੰਟੀਰੀਓ ਚ ਖਾਸ ਤੌਰ ਤੇ, ਕਿਉਂਕਿ ਇੰਟੀਰੀਓ ਦੇ ਵਿੱਚ ਪਿਕ ਅਪ ਕੀਤਾ ਉਹਨਾਂ ਨੇ ਨੰਬਰ, ਬਾਕੀ ਸੂਬਿਆਂ ਦੇ ਵਿੱਚ ਵੀ ਕੀਤੇ। ਤਾਂ ਉਹਨਾਂ ਦੇ ਜਦੋਂ ਸੀਟਾਂ ਨੂੰ ਐਡਜਸਟ ਕਰਦੇ ਆ ਵੀ ਇਹ ਸੀਟਾਂ ਕਿੰਨੀਆਂ ਜਿੱਤਣਗੇ, ਤਾਂ ਉਹਦੇ ਵਿੱਚ ਹੁਣ 170 ਦਾ ਅੰਕੜਾ ਪਾਰ ਕਰਦੇ ਨਜ਼ਰ ਆਉਂਦੇ ਆ। ਤੇ ਉਹਦੇ ਵਿੱਚ ਹੁਣ ਜਿਹੜੀ ਲਿਬਰਲ ਪਾਰਟੀ ਦੇ ਰੈਂਕਸ ਦੇ ਵਿੱਚ ਤਾਂ ਇਹ ਜਿਹੜੇ ਬੰਦੇ ਬਾਹਰ ਬੈਠੇ ਆ, ਕਿਉਂਕਿ ਕਾਕਸ ਦੇ ਵਿੱਚ ਬੈਠੇ ਤਾਂ ਕੋਈ ਨੁਕਤਾਚੀਨੀ ਨਹੀਂ ਕਰ ਸਕਦੇ। ਹੁਣ ਉਹ ਸੋਚਦੇ ਵੀ ਇੱਕ ਜਸਟਿਨ ਟਰੂਡੋ ਜਿਹੜੀ ਡੈਮੇਜਡ ਗੁੱਡ ਆ, ਜਦੋਂ ਜਸਟਿਨ ਟਰੂਡੋ ਪਹਿਲਾਂ 2014 ਦੇ ਵਿੱਚ ਆਏ ਸੀ ਨਾ, ਉਸ ਵੇਲੇ ਜਿੱਦਾਂ ਉਹ ਕਰਿਜ਼ਮਾ ਸੀ, ਯੰਗ ਸੀ, ਲੋਕਾਂ ਨੂੰ ਲੱਗਦਾ ਸੀ ਕਿ ਇਹ ਇੱਕ ਆਲਟਰਨੇਟਿਵ ਪ੍ਰਾਈਮ ਮਿਨਿਸਟਰ ਹੈ। ਹੁਣ ਜੋ ਕੁਝ ਵੀ ਕੀਤਾ ਪਿਛਲੇ 2 ਮਹੀਨਿਆਂ ਦੇ ਵਿੱਚੋਂ, G20 ਵਾਲਾ ਜੋ ਕੰਮ ਕਰਕੇ ਆਏ ਉੱਥੇ, ਤੇ ਉਦੋਂ ਬਾਅਦ ਇੱਥੇ ਕੀ ਹੋਇਆ, ਨਾਜ਼ੀਆਂ ਨੂੰ ਸਦਕੇ ਤਾੜੀਆਂ ਮਾਰਨ ਲੱਗੇ ਆ, ਇਹਨਾਂ ਦੇ ਮੰਤਰੀ ਰਿਜ਼ਾਈਨ ਕਰਕੇ ਗਏ ਸੀ, ਜੋਡੀ ਵਿਲਸਨ ਨੇ ਕੀਤਾ ਸੀ SNC ਲੈਵਲੌਨ ਇਸ਼ੂ ਤੇ, ਈਵਨ ਕੈਬਨਿਟ ਸੈਕਟਰੀਆਂ ਨੂੰ ਪਹਿਲੀ ਵਾਰੀ ਹੋਇਆ, ਕੈਬਨਿਟ ਸੈਕਟਰੀਜ਼ ਨੂੰ ਰਿਜ਼ਾਈਨ ਕਰਨਾ ਪਿਆ ਉਸ ਸਕੈਂਡਲ ਦਾ ਕਰਕੇ। ਪ੍ਰਾਈਮ ਮਿਨਿਸਟਰ ਨੇ ਰਿਜ਼ਾਈਨ ਨਹੀਂ ਕੀਤਾ, ਪਰ ਆਲੇ ਦੁਆਲਿਆਂ ਨੇ ਸਾਰਿਆਂ ਨੇ ਕਰ ਦਿੱਤਾ। ਸੋ ਨੰਬਰ ਆਫ ਸਕੈਂਡਲਸ ਜਿਹੜੇ ਇੰਨੇ ਹੋਏ ਨਾ, ਵੈਸੇ ਤਾਂ 19 ਚ ਵੀ ਹਰਨਾ ਚਾਹੀਦਾ ਸੀ, ਉਸ ਤੋਂ ਬਾਅਦ ਵੀ ਹਰਨਾ ਚਾਹੀਦਾ ਸੀ, ਪਰ ਹਰੇ ਨਹੀਂ, ਕਿਉਂਕਿ ਆਪੋਜੀਸ਼ਨ ਲੀਡਰਸ ਇੰਨੇ ਮਾੜੇ ਸੀ, ਲੋਕਾਂ ਨੇ ਕੰਪੈਰੀਜ਼ਨ ਸ਼ੁਰੂ ਕਰ ਦਿੱਤਾ ਵੀ ਬੰਦਾ ਇਹ ਤਾਂ ਮਾੜਾ ਹੈਗਾ ਆ। ਜਿੱਦਾਂ ਕਿਪਲਿੰਗ ਦੀ ਇੱਕ ਕਵਿਤਾ
ਉਹ ਕਹਿੰਦਾ ਕਿ ਪਿੰਡ ਦੇ ਵਿੱਚ ਕੋਈ ਬਾਹਰੋਂ ਬੰਦਾ ਆਇਆ ਨਾ, ਸਟ੍ਰੇਂਜਰ, ਉਹ ਉਹ ਬੰਦਾ ਭਾਵੇਂ ਭਗਤ ਹੋਵੇ ਜਾਂ ਸੰਤ ਹੋਵੇ, ਪਰ ਪਿੰਡ ਦੇ ਲੋਕੀ ਉਹਨੂੰ ਪਸੰਦ ਨਹੀਂ ਕਰਨਗੇ ਕਿਉਂਕਿ ਉਹਨੂੰ ਉਹਦੇ ਬਾਰੇ ਜਾਣਦੇ ਨਹੀਂ। ਤੇ ਜਿਹੜਾ ਪਿੰਡ ਵਾਲਾ ਚੋਰ ਵੀ ਆ ਉਹਨੂੰ ਜਾਣਦੇ ਤਾਂ ਹੈ ਨਾ, ਚੋਰ ਨੂੰ ਜਾਣਦੇ ਆ, ਉਹ ਚੋਰ ਨਾਲ ਬੈਠ ਕੇ ਗੱਲ ਕਰ ਲੈਣਗੇ, ਕੋਈ ਗੱਲ ਨਹੀਂ। ਸੋ ਲੋਕਾਂ ਨੂੰ ਲੱਗਦਾ ਵੀ ਜਿਹੜਾ ਸਾਡਾ ਪ੍ਰਾਈਮ ਮਿਨਿਸਟਰ ਆ, ਦੇਖਿਆ ਆ ਅਸੀਂ, ਤਾਂ ਸਾਨੂੰ ਪਤਾ ਹੀ ਆ ਵੀ ਕੀ ਗਲਤੀਆਂ ਕੀਤੀਆਂ ਨੇ, ਕਿੰਨੇ ਕੁ ਜੋਗਾ ਹੈਗਾ। ਤੇ ਜਿਹੜੇ ਨਵੇਂ ਆਏ ਆ, ਨਵੇਂ ਲੀਡਰ ਆ, ਉਹਨਾਂ ਤੇ ਪਹਿਲਾਂ ਹੀ ਸਵਾਲ ਜ਼ਿਆਦਾ ਆਇਆ ਤਾਂ ਜਵਾਬ ਉਹਨਾਂ ਤੋਂ ਘੱਟ ਆ, ਤੇ ਉਹ ਜ਼ਿਆਦਾ ਖਤਰਨਾਕ ਆ। ਇਹ ਜਿਹੜੀ ਸੋਚਣੀ ਇਹ ਵੀ ਵੱਧ ਜਾਂਦੀ ਹੈ। ਐਂਡਰੂ ਸ਼ੀਅਰ ਤੋਂ ਬਾਅਦ ਜਿਹੜੇ ਲੀਡਰ ਵੀ ਆਏ ਆ, ਦੋ ਲੀਡਰਸ਼ਿਪ ਕਰਕੇ ਉਹ ਪਾਰਟੀ ਹਰੀ ਹੈ, ਨਹੀਂ ਤਾਂ 2019 ਦੇ ਵਿੱਚ ਹੀ ਜਿੱਤਣੀ ਚਾਹੀਦੀ ਸੀ ਪਹਿਲਾਂ ਹੀ। ਬਿਲਕੁਲ। ਪਰ ਹੁਣ ਜਿੱਦਾਂ ਲੀਡਰਸ਼ਿਪ ਜਿਹੜੀ ਪੀਅਰ ਪੋਲੀਵਰ ਦੀ ਹੈ, ਉਹ ਇਸ ਤਰ੍ਹਾਂ ਲੱਗਦਾ ਹੈ ਕਿ ਉਹਨਾਂ ਦੀ ਪਰਸਨਲ ਅਪੀਲ ਜੀ ਹੈਗੀ ਆ, ਯੰਗ ਵੋਟਰਾਂ ਨੂੰ ਹੈਗੀ ਆ। ਆਮ ਕੈਨੇਡੀਅਨ ਵੀ ਐਕਸੈਪਟ ਕਰਨ ਵਾਲੇ ਆ ਵੀ ਠੀਕ ਆ, ਹਾਂ ਠੀਕ ਹੈ, ਉਹਨਾਂ ਨੂੰ ਕਈ ਵਾਰੀ ਪੋਲਿਟਿਕਸ ਦੇ ਵਿੱਚ ਇਦਾਂ ਦੀਆਂ ਵੀ ਗੱਲਾਂ ਕਰਨੀਆਂ ਪੈਂਦੀਆਂ, ਉਹਨਾਂ ਗਰੁੱਪਸ ਕੋਲ ਵੀ ਜਾਣਾ ਪੈਂਦਾ ਜਿਹੜੇ ਸ਼ਾਇਦ ਪਬਲਿਕ ਪਰਸੈਪਸ਼ਨ ਉਹਨਾਂ ਦੀ ਨਾ ਚੰਗੀ ਹੋਵੇ। ਪਰ ਜਿਹੜੇ ਲੋਕਾਂ ਦੀਆਂ ਵੋਟਾਂ ਪੈਣੀਆਂ ਆ, ਉਹ ਤਾਂ ਇਹ ਦੇਖਦੇ ਵੀ ਕੀ ਉਹਨਾਂ ਨੂੰ ਇਹ ਬੰਦੇ ਪਸੰਦ ਆ ਜਾਂ ਨਹੀਂ ਪਸੰਦ। ਹਾਂ, ਬਾਕੀਆਂ ਨੂੰ ਜ਼ਰੂਰੀ ਨਹੀਂ ਹੁੰਦੀ ਵੀ ਸਾਰੇ, ਕਿਉਂਕਿ ਪੋਲਿਟਿਕਸ ਉਹਨੂੰ ਹਰ ਇੱਕ ਪੋਲੀਟੀਕਲ ਲੀਡਰ ਜਾਣਦਾ ਕਿ ਕਦੇ ਵੀ 100% ਬੰਦਿਆਂ ਨੇ ਤੁਹਾਡੇ ਨਾਲ ਸਹਿਮਤ ਨਹੀਂ ਹੋਣਾ। ਈਵਨ ਜੀਸਸ ਕ੍ਰਾਈਸਟ ਇੱਥੇ ਖੜ ਜਵੇ ਤਾਂ ਉਹਨਾਂ ਨੇ ਵੀ ਕਈਆਂ ਜਗ੍ਹਾ ਤੋਂ ਹਾਰ ਜਾਣਾ, ਕਿਉਂਕਿ ਉਹਨਾਂ ਦੀ ਵੀ ਆਪੋਜੀਸ਼ਨ ਹੋਣੀ ਹੈ ਜੀ। ਆਪਣਾ ਕੋਰ ਗਰੁੱਪ ਦੇਖਦੇ ਆ ਕਿ ਸਾਡਾ ਕੋਰ ਗਰੁੱਪ ਕੀ ਆ, ਕਿੰਨੇ ਕੁ ਬੰਦੇ ਸਾਡੇ ਨਾਲ ਆ, ਉਹਨਾਂ ਨੂੰ ਕਿੱਦਾਂ ਖੁਸ਼ ਕਰਨਾ। ਔਰ ਉਹ ਗਰੁੱਪ ਜਿਹੜਾ ਪੋਲਿੰਗ ਡੇ ਵਾਲੇ ਦਿਨ ਇਦਾਂ ਹੀ ਨਹੀਂ ਕਹਿਣ ਫੋਨ ਜਦੋਂ ਆ ਗਿਆ ਤੁਹਾਨੂੰ ਵੀ ਹਾਂ ਉਹਨੂੰ ਵੋਟ ਪਾਣੇ, ਉਹ ਐਕਚੁਅਲੀ ਆਉਣ ਵੋਟ ਪਾਉਣ ਜੀ, ਲਿਆਉਣੇ ਪੈਣੇ ਆ, ਤਾਂ ਹੀ ਕਰਕੇ ਤੁਹਾਡੀ ਜਿੱਤ ਹੋ ਸਕਦੀ ਹੈ, ਉਦਾਂ ਨਹੀਂ ਹੋਣੀ। ਤੇ ਹੁਣ ਨੰਬਰਸ ਤਾਂ ਇਦਾਂ ਹੀ ਦੱਸ ਰਿਹਾ ਪੋਲ ਆਫਟਰ ਪੋਲ ਵੀ ਜਸਟਨ ਟਰੂਡੋ ਦੇ ਇਹ ਆਖਰੀ ਵਾਰ ਹੋਣੀ ਹੈ। ਜੀ ਬਿਲਕੁਲ। ਸੋ ਡਾਕਟਰ ਸਾਹਿਬ, ਇੱਕ ਜੀਵਨੀ ਲੇਖਕ ਦਾ ਦਾਅਵਾ ਹੈ ਕਿ ਜੋ ਬਾਈਡਨ ਜਿਹੜਾ ਹੈ ਵਾਈਟ ਹਾਊਸ ਲਈ ਆਪਣੀ ਪਹਿਲੀ ਜਿਹੜੀ ਮੁਹਿੰਮ ਨੂੰ ਤਾਰਪੀਡੋ ਕਰਨ ਵਾਲੇ ਜਿਹੜਾ ਸਾਹਿਤਕ ਚੋਰੀ ਦਾ ਕੋਈ ਘੁਟਾਲਾ ਹੋਇਆ ਸੀਗਾ, ਉਹਦੇ ਚ 3 ਦਹਾਕੇ ਬਾਅਦ ਵੀ ਬਾਈਡਨ ਇਹ ਮਹਿਸੂਸ ਕਰਦੇ ਆ ਵੀ ਲੋਕ ਮੇਰੀ ਬੁੱਧੀ ਬਾਰੇ ਕੀ ਸੋਚਦੇ ਆ। ਪਹਿਲੀ ਵਾਰ ਇਹਨਾਂ ਨੇ ਜਦੋਂ ਪ੍ਰੈਜ਼ੀਡੈਂਸ਼ੀਅਲ ਰਨ ਕੀਤੀ ਸੀ ਨਾ 1988 ਚ ਕੀਤੀ ਸੀ, ਉਦੋਂ ਡੈਮੋਕ੍ਰੈਟਿਕ ਪਾਰਟੀ ਜਦੋਂ ਖਾਸ ਤੌਰ ਤੇ ਰੋਨਾਲਡ ਰੇਗਨ 1980 ਦੇ ਵਿੱਚ ਆਏ, 84 ਵਿੱਚ ਜਿੱਤ ਗਏ, ਫਿਰ ਉਹ 2 ਟਰਮ ਹੀ ਕੱਟ ਸਕਦੇ ਸੀ। ਜਦੋਂ ਪ੍ਰੈਜ਼ੀਡੈਂਟ ਇੱਕ ਪਾਰਟੀ ਦਾ 2 ਟਰਮ ਪੂਰੀ ਕਰ ਜਵੇ, ਇਹਦਾ ਮਤਲਬ ਕੋਈ ਇਨਕੰਬੈਂਟ ਨਹੀਂ ਹੁੰਦਾ, ਫਿਰ ਤੁਹਾਨੂੰ ਫੀਲਡ ਜਿਹੜਾ ਬਰਾਬਰ ਦਾ ਹੁੰਦਾ। ਅਸੀਂ ਕਹਿੰਦੇ ਭੱਜਦਿਆਂ ਨੂੰ ਬਾਣ ਇੱਕੋ ਜਿਹਾ ਹੁੰਦਾ ਜੀ। ਜੇ ਤਾਂ ਇਨਕੰਬੈਂਟ ਪ੍ਰੈਜ਼ੀਡੈਂਟ ਹੈਗਾ ਆ, ਫੇਰ ਤੁਹਾਨੂੰ ਭੱਜਦਿਆਂ ਨੂੰ ਬਾਣ ਇੱਕੋ ਜਿਹਾ ਨਹੀਂ ਹੁੰਦਾ, ਕਿਉਂਕਿ ਉਹਨਾਂ ਦੀ ਪਪੂਲੈਰਿਟੀ ਹੁੰਦੀ ਨਾ 4 ਸਾਲ ਦੇ ਉਹਨਾਂ ਨੇ ਕਿੰਨੇ ਬੰਦੇ ਜੋੜੇ ਹੁੰਦੇ। ਪਰ ਜਦੋਂ ਪ੍ਰੈਜ਼ੀਡੈਂਟ ਦੀਆਂ 2 ਟਰਮ ਪੂਰੀਆਂ ਹੋ ਜਾਂਦੀਆਂ, ਉਦੋਂ ਮੌਕਾ ਹੁੰਦਾ ਵੀ ਹੁਣ ਦੂਸਰੀ ਪਾਰਟੀ ਦਾ ਬੰਦਾ ਆ ਸਕਦਾ। ਇਹਨਾਂ ਨੇ ਵੀ ਕੋਸ਼ਿਸ਼ ਕੀਤੀ ਸੀ, ਤੇ ਉਹਨਾਂ ਦੇ ਨਾਲ ਹੁਣ ਸਪੀਚਸ ਜਿਹੜੀਆਂ ਲਿਖਦੇ ਆ, ਉਹ ਤਾਂ ਇਹਨਾਂ ਦੇ ਸਪੀਚ ਰਾਈਟਰ ਲਿਖਦੇ ਆ ਵੈਸੇ। ਤੇ ਸਪੀਚ ਰਾਈਟਰ ਕੀ ਕਰਦੇ ਆ, ਇਹਨਾਂ ਨੂੰ ਕੋਈ ਕੁਝ ਨਹੀਂ ਪਤਾ ਹੁੰਦਾ। ਇਹਨਾਂ ਨੇ ਇੱਕ ਸਪੀਚ ਦਿੱਤੀ ਜੇ ਤੇ ਇੱਕ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਦੀ ਕੋਟ ਸੀ, ਉਹਨਾਂ ਨੇ ਪਹਿਲਾਂ ਦਿੱਤੀ, ਲਿਖਾਈ ਤਾਂ ਉਹਨਾਂ ਨੇ ਵੀ ਕਿਸੇ ਤੋਂ ਹੀ ਹੋਣੀ ਆ ਜੀ, ਪਰ ਪਬਲਿਕਲੀ ਜਿਹੜਾ ਬੰਦਾ ਵੀ ਤੁਹਾਨੂੰ ਲਿਖ ਕੇ ਦਿੰਦਾ ਆ, ਉਹਨਾਂ ਪਹਿਲਾਂ ਹੀ ਤੁਸੀਂ ਐਗਰੀਮੈਂਟ ਕੀਤਾ ਹੁੰਦਾ ਵੀ ਜਦੋਂ ਮੈਂ ਪਬਲਿਕਲੀ ਬੋਲਿਆ ਇਹ ਮੇਰੀ ਸਪੀਚ ਆ, ਮੇਰੇ ਨਾਂ ਤੇ ਛਪੂਗੀ, ਵੀ ਤੇਰਾ ਕੋਈ ਕੰਮ ਨਹੀਂ, ਤੈਨੂੰ ਪੈਸੇ ਦੇਤੇ ਅਸੀਂ। ਉਹਨਾਂ ਨੂੰ ਇਹ ਐਗਰੀਮੈਂਟ ਕਰਨਾ ਪੈਂਦਾ। ਉਸ ਬੰਦੇ ਨੂੰ, ਪ੍ਰਾਈਮ ਮਿਨਿਸਟਰ ਨੂੰ ਜਿਹੜੀ ਸਪੀਚ ਲੈ ਕੇ ਦਿੱਤੀ, ਉਹ ਬੜੇ ਸੋਹਣੇ ਸ਼ਬਦ ਕਈ ਬੋਲੇ ਸੀ ਉਹਨਾਂ ਨੇ। ਤੇ ਇਹਨਾਂ ਨੇ ਹੁਣ ਨਾਰਮਲੀ ਤਾਂ ਅਸੀਂ ਕਹਿੰਦੇ ਕਿ ਯੂਨੀਵਰਸਿਟੀ ਦੇ ਵਿੱਚ ਵੀ ਜੇ ਕਿਸੇ ਨੂੰ ਕੋਟ ਕਰਦੇ ਆ, ਕਿਸੇ ਦੀ ਟੂਕ ਲੈਂਦੇ ਆ, ਤਾਂ ਉਹਨੂੰ ਐਕਨੋਲੇਜ ਕਰੋ ਤੁਸੀਂ ਕਿ ਕਿਸੇ ਬੰਦੇ ਦੀ ਹੋਰ ਦੀ ਕੋਟ ਆ, ਉਹ ਅਸੀਂ ਨਹੀਂ ਇਹ ਗੱਲ ਕਹੀ। ਤੇ ਇਹ ਵੀ ਕਹਿ ਸਕਦੇ ਸੀ, ਉਹ ਜਿਹੜਾ ਬੰਦਾ ਨੇ ਸਪੀਚ ਲਿਖ ਕੇ ਦਿੱਤੀ ਆ, ਉਹ ਵੀ ਲਿਖ ਕੇ ਦੇ ਸਕਦਾ ਸੀ ਵੀ ਇਹ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਨੇ ਇਦਾਂ ਕਿਹਾ ਸੀ। ਉਹਨੇ ਉਹ
ਟੂਕ ਜਿਹੜੀ ਉਦਾਂ ਦੀ ਉਦਾਂ ਹੀ ਬੋਲਤੀ, ਤਾਂ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਦਾ ਨਾਮ ਨਹੀਂ ਲਿਆ। ਤਾਂ ਉਹ ਮਸ਼ਹੂਰ ਸੀਗੀ ਵੈਸੇ, ਕਈ ਗੱਲਾਂ ਹੁੰਦੀਆਂ ਨਾ ਜਿਹੜੀਆਂ ਮਸ਼ਹੂਰ ਚੱਲੀਆਂ, ਲੋਕਾਂ ਨੂੰ ਪਤਾ ਹੁੰਦਾ। ਤਾਂ ਉਹ ਮੀਡੀਆ ਨੂੰ ਇੱਕਦਮ ਪਤਾ ਲੱਗਾ ਵੀ ਇਹ ਤਾਂ ਕਿਸੇ ਨੇ ਪਹਿਲਾਂ ਗੱਲ ਕੀਤੀ ਆ, ਜਿਹੜੀ ਇਹਦੀ ਜੋ ਬਾਈਡਨ ਦੀ ਨਹੀਂ ਹੈ। ਤੇ ਜੋ ਉਦੋਂ ਸਰਚ ਕੀਤਿਆਂ ਤੇ ਪਤਾ ਲੱਗਾ ਇਹ ਤਾਂ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਦੇ ਵਰਡ ਟੂ ਵਰਡ ਲਿਆ ਹੈ। ਜਿਹੜੀ ਉਹਨੇ ਗੱਲ ਕਹੀ ਤੀ ਉਹ ਜੋ ਬਾਈਡਨ ਨੇ ਕੀਤੀ ਹੈ, ਚੰਗੀ ਗੱਲ ਆ। ਤੇ ਫੇਰ ਦੂਜੀ ਗੱਲ ਇਹ ਹੁੰਦੀ ਹੈ PR ਦੀ, ਵੀ ਤੁਸੀਂ ਸਿੱਧੇ ਹੀ ਬਾਹਰ ਆਓ, ਕਹੋ ਵੀ ਠੀਕ ਹੈ ਮੈਂ ਮਾਫੀ ਮੰਗਦਾ, ਮੈਨੂੰ ਪਤਾ ਨਹੀਂ ਲੱਗਾ ਉਸ ਵੇਲੇ, ਐਕਚੁਅਲੀ ਉਹ ਟੂਕ ਸੀਗੀ, ਮੈਨੂੰ ਐਕਨੋਲੇਜ ਕਰਨਾ ਚੇਤਾ ਭੁੱਲ ਗਿਆ। ਮਤਲਬ 3600 ਮਾਫੀਆਂ ਹੈਗੀਆਂ, ਤੁਸੀਂ ਕਰ ਸਕਦੇ ਆ। ਇਹਨਾਂ ਨੇ ਉਹ ਵੀ ਨਹੀਂ ਕੀਤੀ, ਇਹ ਚੁੱਪ ਕਰਕੇ ਤੁਰੇ ਫਿਰਦੇ ਰਹੇ। ਪਰ ਉਹ ਸਕੈਂਡਲ ਨੇ ਇਹਨਾਂ ਦੀ ਪ੍ਰੈਜ਼ੀਡੈਂਸ਼ੀਅਲ ਬੈਡ ਜਿਹੜੀ ਖਤਮ ਕਰ ਦਿੱਤੀ। ਇੱਕ ਸਕੈਂਡਲ, ਇੱਕੋ ਗੱਲ ਨਹੀਂ, ਤੁਸੀਂ ਕਹ ਲਓ ਵੀ ਦੋ ਸੈਂਟੈਂਸ ਚੋਰੀ ਕਰਕੇ ਇਹਨਾਂ ਨੇ ਆਪਣੀ ਬੈਡ ਜਿਹੜੀ ਉਹ ਖਤਮ ਕਰ ਲਈ। ਤੇ ਚੋਰ ਦਾ ਲਕਬ ਮਿਲ ਗਿਆ ਹੁਣ। ਤੇ ਉਸ ਵੇਲੇ ਤੋਂ ਬਾਅਦ ਫਿਰ ਇਹਨਾਂ ਦੀ ਲੱਕ ਆ, ਚਲੋ ਕਿ ਬਰਾਕ ਓਬਾਮਾ ਨੇ ਜਦੋਂ ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਚੁਣਨਾ ਸੀ, ਉਹਨਾਂ ਨੇ ਜੋ ਬਾਈਡਨ ਨੂੰ ਚੁਣ ਲਿਆ। ਉਹਦੇ ਨਾਲ ਜਦੋਂ ਤੁਸੀਂ ਵਾਈਸ ਪ੍ਰੈਜ਼ੀਡੈਂਸ਼ੀਅਲ ਦੇ ਅਹੁਦੇ ਤੇ ਆ ਜਾਂਦੇ ਨਾ, ਫਿਰ ਤੁਹਾਡਾ ਚਾਂਸ ਹੁੰਦਾ ਆ ਵੀ ਤੁਸੀਂ ਜਦੋਂ ਦੂਜੇ ਪ੍ਰਾਈਮ ਮਿਨਿਸਟਰ ਨੇ ਆਪਣੀਆਂ ਟਰਮ ਖਤਮ ਕੀਤੀਆਂ ਨਾ, ਤਾਂ ਉਦੋਂ ਬਾਅਦ ਤੁਹਾਡੇ ਨੰਬਰ ਲੱਗ ਸਕਦਾ, ਕਿਉਂਕਿ ਸਭ ਤੋਂ ਮਸ਼ਹੂਰ ਬੰਦੇ ਤੁਸੀਂ ਆ, ਤੁਹਾਡੇ ਲਿੰਕ ਹੋਣੇ ਆ। ਉਸ ਵੇਲੇ ਤੁਸੀਂ ਪ੍ਰੈਜ਼ੀਡੈਂਸ਼ੀਅਲ ਬਿਡ ਲਈ ਆਪਣਾ ਨਾਂ ਪਾ ਸਕਦੇ ਆ। ਇਹਨਾਂ ਦਾ ਉਹ ਕੰਮ ਚੱਲਿਆ। ਹੁਣ ਕਿਆਸ ਰਾਏ ਲਾਉਂਦੇ ਆ ਵੀ ਅੱਗੇ ਤਾਂ ਇਹਨਾਂ ਨੂੰ ਪਲੇਜਰਿਜ਼ਮ ਨੇ ਮਾਰਿਆ, ਤੇ ਹੁਣ ਇਹਨਾਂ ਨੂੰ ਆਪਣੀਆਂ ਗਲਤੀਆਂ ਇੰਨੀਆਂ ਕੀਤੀਆਂ ਵੀ ਇਹਨਾਂ ਨੂੰ ਚੇਤਾ ਹੀ ਨਹੀਂ ਰਹਿੰਦਾ ਵੀ ਮੈਂ ਉਹ ਬੰਦਾ ਜਿਹੜਾ ਰਾਈਟਰ ਹੈ ਉਹ ਕਹਿੰਦਾ ਵੀ ਉਦੋਂ ਤਾਂ ਇਹ ਕਹਿ ਸਕਦੇ ਸੀ, ਕਿਉਂਕਿ ਉਦੋਂ ਆਦੇ ਲੋਕਾਂ ਨੂੰ ਪਤਾ ਨਹੀਂ ਸੀ ਵੀ ਇਹ ਅਲਜ਼ਾਈਮਰ ਹੋਈ। ਇਹਨਾਂ ਨੂੰ ਜੋ ਬਾਈਡਨ ਨਾਰਮਲ ਜੋ ਬਾਈਡਨ ਸੀ, ਕੋਈ ਇਦਾਂ ਦੀ ਇਸ਼ੂ ਨਹੀਂ ਸੀ, ਕੋਈ ਇਦਾਂ ਨਹੀਂ ਕਹਿੰਦਾ ਵੀ ਡਿਪ ਹੋਊਗਾ, ਇਹ ਕਮਜ਼ੋਰ ਆ, ਇਹਨੂੰ ਬੋਲਣਾ ਨਹੀਂ ਆਉਂਦਾ, ਆ ਹੁੰਦਾ ਉਹ। ਪਰ ਹੁਣ ਉਹ ਕਹਿੰਦੇ ਵੀ ਜਿਹੜੇ ਸਰਕਮਸਟੈਂਸਸ ਬਣੇ ਆ ਨਾ, ਉਹਦੇ ਵਿੱਚ ਜੋ ਬਾਈਡਨ ਜਦੋਂ ਵੀ ਕੁਝ ਬੋਲਦੇ ਆ ਤਾਂ ਉਹਨਾਂ ਤੇ ਪਹਿਲਾਂ ਹੀ ਰਿਸਰਚ ਕਰਨੀ ਸ਼ੁਰੂ ਕਰ ਦਿੰਦੇ ਵੀ ਇਹਨਾਂ ਨੇ ਸਹੀ ਗੱਲ ਕਹੀ ਜਾਂ ਨਹੀਂ ਕਹੀ। ਇਹਨਾਂ ਨੂੰ ਚੇਤੇ ਤਾਂ ਨਹੀਂ ਭੁੱਲ ਗਿਆ ਕਿਤੇ, ਇਹ ਲੋਕਾਂ ਨਾਲ ਗੱਲ ਕਰਦੇ ਕਿ ਆਪਣੇ ਆਪ ਨਾਲ ਗੱਲ ਕਰਨ ਲੱਗੇ ਆ। ਉਹ ਕਹਿੰਦੇ ਵੀ ਹੁਣ ਜਦੋਂ ਤੁਸੀਂ ਕੋਈ ਮਿਸਟੇਕ ਕੀਤੀ ਤਾਂ ਹੁਣ ਉਹਨੂੰ ਡਿਫੈਂਡ ਕਰਨਾ ਬਹੁਤ ਔਖਾ ਹੋਣਾ। ਉਦੋਂ ਚਾਂਸ ਸੀਗਾ, ਇਹਨਾਂ ਨੇ ਲਿਆ ਨਹੀਂ, ਤੇ ਹੁਣ ਚਾਂਸ ਇਹਨਾਂ ਨੂੰ ਮਿਲਣਾ ਨਹੀਂ। ਹੁਣ ਜੇ ਤੁਸੀਂ ਕਿਹਾ ਵੀ ਮੈਨੂੰ ਤੇ ਚੇਤਾ ਨਹੀਂ ਰਿਹਾ, ਤੇ ਫਿਰ ਉਹ ਲੋਕਾਂ ਨੂੰ ਆਪੋਜੀਸ਼ਨ ਇਹ ਕਹਿਣਾ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਅਲਜ਼ਾਈਮਰ ਦੀ ਇਹਨੂੰ ਬਿਮਾਰੀ ਹੋਈ ਆ, ਇਹ ਵਾਕਿਆ ਮੰਨ ਗਿਆ ਹੁਣ ਵੀ ਚੇਤਾ ਨਹੀਂ ਰਹਿੰਦਾ, ਇਹ ਇਸ ਲਾਇਕ ਨਹੀਂਗਾ ਵੀ ਅਗਲੀ ਟਰਮ ਚ ਆ ਜਾਏ। ਸੋ ਅਗਲੀ ਟਰਮ ਤੇ ਪਹਿਲਾਂ ਹੀ ਜਿਹਦਾ 1/3 ਤਾਂ ਅਮਰੀਕਨਸ ਕਹਿ ਰਹੇ ਆ ਕਿ ਇਹਨਾਂ ਨੇ ਟਰਮ ਪੂਰੀ ਨਹੀਂ ਕਰਨੀ। 2/3 ਬੰਦੇ ਜਿਹੜੇ ਅਮਰੀਕਾ ਚ ਕਹਿੰਦੇ ਆ ਵੀ ਇਹਨਾਂ ਨੇ ਕਦੇ ਵੀ ਟਰਮ ਪੂਰੀ ਨਹੀਂ ਕਰਨੀ ਜੇ ਜਿੱਤ ਵੀ ਜਾਣ। ਤਾਂ ਉਹਦੇ ਨਾਲ ਕੀ ਅਸਰ ਪੈਂਦਾ ਹੈ ਕਿ ਜੋ ਬਾਈਡਨ ਤੋਂ ਜ਼ਿਆਦਾ ਜਿਹੜੀ ਅਟੈਂਸ਼ਨ ਪੇ ਕਰਨੀ ਆ ਉਹਨਾਂ ਨੇ ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਕਰਨੀ ਆ, ਕਿਉਂਕਿ ਵਾਈਸ ਪ੍ਰੈਜ਼ੀਡੈਂਟ ਜਿਹੜਾ ਆਟੋਮੈਟਿਕਲੀ ਪ੍ਰੈਜ਼ੀਡੈਂਟ ਬਣ ਜਾਂਦਾ ਜੇ ਪ੍ਰੈਜ਼ੀਡੈਂਟ ਚਲਾ ਜਾਵੇ ਕਿਸੇ ਤਰੀਕੇ ਨਾਲ। ਤੇ ਉਹ ਬੇਸਿਕਲੀ ਵਾਈਸ ਪ੍ਰੈਜ਼ੀਡੈਂਟ ਨੂੰ ਤੁਸੀਂ ਪ੍ਰੈਜ਼ੀਡੈਂਟ ਚੁਣ ਰਹੇ ਆ ਜੇ ਇਨ ਕੇਸ ਉਹਨੇ ਪੂਰੀ ਨਾ ਕਰਨੀ ਤੇ ਇਹ ਖਤਰੇ ਵਾਲੀ ਗੱਲ ਵੀ ਆ, ਕਿਉਂਕਿ ਇਹਨਾਂ ਦੇ ਆਪਣੇ ਸਪੋਰਟਰ ਜਿਹੜੇ ਆ ਉਹ ਸੋਚਣਗੇ ਸਭ ਤੋਂ ਵੱਡੀ ਜਿਹੜੀ ਨੈਗੇਟਿਵ ਗੱਲ ਆ ਉਹ ਇਹ ਹੀ ਆ ਇਹਨਾਂ ਨੂੰ ਖਾ ਰਹੀ ਕਿ ਸਾਡੇ ਸਪੋਰਟਰ ਜਿਹੜੇ ਘਰ ਨਾ ਬੈਠ ਜਾਣ। ਕਿਉਂਕਿ ਜਿੰਨੀ ਇਹਨਾਂ ਦੀ ਸਪੋਰਟ ਹੈਗੀ ਆ ਉਹ ਅਜੇ ਵੀ ਜ਼ਿਆਦੀ ਹੈ, ਪਰ ਜਿਹੜਾ ਹੁਣ ਲੇਟੈਸਟ ਪੋਲ ਆ ਉਹ ਤੇ ਹੁਣ ਪੋਲ ਤੇ ਵਾਸ਼ਿੰਗਟਨ ਪੋਸਟ ਨੇ ਕਰਾਇਆ ਸੀ ਕਿਸੇ ਦੇ ਨਾਲ ਰਲ ਕੇ, ਤਾਂ ਉਹਨਾਂ ਨੇ ਟਰੰਪ ਨੂੰ 10% ਦੀ ਲੀਡ ਦਿੱਤੀ। ਤਾਂ ਫਿਰ ਉਹੀ ਅਖਬਾਰ ਜਿਹਨੇ ਪੋਲ ਕਰਵਾਇਆ ਸੀ ਹੁਣ ਉਹ ਪੋਲ ਦੇ ਖਿਲਾਫ ਲਿਖ ਰਹੇ ਆ ਵੀ ਇਹਨਾਂ ਨੇ ਪਤਾ ਨਹੀਂ ਕਿੱਦਾਂ ਹੋਣੀ ਆ, ਗਲਤ ਮੂਡ ਇਹਨਾਂ ਨੇ ਲੋਕਾਂ ਦਾ ਫੜਿਆ। ਹੁਣ ਪੋਲ ਨੂੰ ਤਾਂ ਗਲਤ ਕਹਿ ਨਹੀਂ ਸਕਦੇ, ਲੋਕਾਂ ਦਾ ਮੂਡ ਗਲਤ ਹੋਣਾ ਉਸ ਦਿਨ। ਕੋਈ
ਜੋ ਬਾਈਡਨ ਨੇ ਗੱਲ ਕਹਿਤੀ ਹੋਣੀ ਆ, ਟਰੰਪ ਨੇ ਚੰਗੀ ਗੱਲ ਕਹਿਤੀ ਹੋਣੀ ਆ। ਹੁਣ 10% ਦਾ ਬਹੁਤ ਜ਼ਿਆਦਾ ਫਰਕ ਹੈ, ਫਰਕ ਬਹੁਤ ਜ਼ਿਆਦਾ। ਤੁਸੀਂ 1-2% ਨੂੰ ਤਾਂ ਕਹਿ ਦਿੰਦੇ ਆ, ਨਾਰਮਲੀ ਕਹਿੰਦੇ ਅਸੀਂ 3% ਤੋਂ 5% ਵੀ ਇਹ ਮਾਰਜਨ ਆਫ 에ਰਰ ਹੈ, ਵੇਰੀਏਬਲ ਹੋ ਗਿਆ। ਤੇ ਜੇ 10% ਹੋਵੇ ਤਾਂ ਉਹਨੂੰ ਤੁਸੀਂ ਕਿਦਾਂ ਕਹੋਗੇ ਵੀ ਇਹ ਮੂਡ ਗਲਤ ਕੈਪਚਰ ਕਰਦਾ ਹੈ, ਕੈਪਚਰ ਕਰਤਾ ਜਾਂ ਦੀ ਵਾਪਸੀ ਦੀ ਸੰਭਾਵਨਾ ਹੋ ਗਈ ਇੰਨੀ। ਹਾਂ, ਤੇ ਹੁਣ ਵੱਡਾ ਫਿਕਰ ਇਹਨਾਂ ਨੂੰ ਇਹੀ ਪਿਆ ਆ ਕਿ ਇੱਕ ਤਾਂ ਜੋ ਬਾਈਡਨ ਵਜੇਦਿਆ ਇਸ ਵੇਲੇ ਅਜੇ ਵੀ ਟਾਈਮ ਹੈਗਾ ਕੋਈ, ਕਿਉਂਕਿ ਪ੍ਰਾਇਮਰੀਜ਼ ਜਿਹੜੀਆਂ ਅਗਲੇ ਸਾਲ ਤੋਂ ਸ਼ੁਰੂ ਹੋਣੀਆਂ, ਉਦੋਂ ਤਾਈਂ ਜੇ ਡਿਸਾਈਡ ਕਰਦੇ ਆ ਵੀ ਨਹੀਂ ਅਸੀਂ ਨਹੀਂ ਖੜਨਾ, ਤੇ ਫਿਰ ਕੋਈ ਹੋਰ ਕੈਂਡੀਡੇਟ ਵੀ ਲਿਆ ਸਕਦੇ ਆ ਟਰੰਪ ਦੇ ਖਿਲਾਫ। ਪਰ ਟਰੰਪ ਦਾ ਮਾਰਚ ਜਿਹੜਾ ਆ, ਉਹਨਾਂ ਦੀਆਂ ਪਾਰਟੀ ਦੀ ਰਾਤੀ ਡਿਬੇਟ ਸੀ, ਸੈਕੰਡ ਡਿਬੇਟ, ਤਾਂ ਉਹਦੇ ਤੇ ਕਿਸੇ ਨੇ ਬਹੁਤਾ ਧਿਆਨ ਨਹੀਂ ਦਿੱਤਾ। ਟਰੰਪ ਹੈ ਨਹੀਂ ਸੀ ਵਿੱਚ। ਸਾਰੇ ਬੰਦੇ ਇਹ ਸੋਚਦੇ ਆ ਵੀ ਜਿਹੜਾ ਜਿੱਤਣ ਵਾਲਾ ਬੰਦਾ ਉਹ ਤਾਂ ਹੈ ਹੀ ਨਹੀਂ ਇੱਥੇ, ਤੇ ਬਾਕੀ ਦੇ ਬੰਦੇ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰੀ ਜਾਂਦੇ ਆ, ਇਹਨਾਂ ਨੂੰ ਕੌਣ ਪੁੱਛਦਾ? ਅੱਛਾ, ਫੇਰ ਦੂਜਾ ਕੋਈ ਜਿਹਦਾ ਪਹਿਲੇ ਡਿਬੇਟ ਦੇ ਵਿੱਚ ਵਿਵੇਕ ਰਾਮਾਸਵਾਮੀ ਜਿਹੜਾ, ਇਹ ਤਕਰੀਬਨ ਬਹੁਤ ਜਿੱਦਾਂ ਨਾ ਜ਼ੋਰ ਸ਼ੋਰ ਦੇ ਨਾਲ ਬੜੇ ਟਪ ਕੇ ਜਵਾਬ ਦੇ ਰਿਹਾ ਸੀ, ਮਤਲਬ ਹਰ ਸਵਾਲ ਦਾ ਜਵਾਬ ਦੇ ਰਿਹਾ ਸੀ। ਹੁਣ ਇਹਨਾਂ ਦੇ ਥੋੜੇ ਜਿਹੇ ਕਈ ਸਕੈਂਡਲ ਆ ਗਏ ਵੀ ਤੁਸੀਂ ਗੱਲਾਂ ਕਰਦੇ ਹੋ ਰਹੇ ਆ, ਕਈ ਕੀਤੀਆਂ ਹੋ ਰਿਹਾ ਵੀ ਤੁਸੀਂ ਵੀ ਤਾਂ ਲਾਈਫ ਜੀ ਆ ਜੀ, ਤੇ ਹੁਣ ਦੱਸਦੇ ਆ ਵੀ ਮੈਂ ਆਹ ਕਰ ਦੂੰਗਾ, ਮੈਂ ਆਹ ਕਰ ਦੂੰਗਾ, ਕੀਤਾ ਸਭ ਕੁਝ ਤੁਸੀਂ ਇਹਨਾਂ ਦੇ ਉਲਟ ਆ। ਤੇ ਰਾਤ ਵਾਲੇ ਡਿਬੇਟ ਦੇ ਵਿੱਚ ਉਹ ਥੋੜੇ ਜਿਹੇ ਥੱਲੇ ਜਿਹੇ ਨੂੰ ਹੋ ਕੇ ਬੋਲਦੇ ਸੀ, ਮਤਲਬ ਉਹਨਾਂ ਨੂੰ ਪਤਾ ਲੱਗ ਗਿਆ ਵੀ ਜਿੱਦਾਂ ਮੈਂ ਉੱਭਰ ਕੇ, ਉਹਦੇ ਨਾਲ ਟੈਨਸ਼ਨ ਉਹਨਾਂ ਨੇ ਲੈ ਲਈ ਲੋਕਾਂ ਦੀ। ਜਦੋਂ ਮੀਡੀਆ ਦੀ ਟੈਨਸ਼ਨ ਹੋ ਜਾਂਦੀ ਹੈ ਨਾ, ਉਹਨਾਂ ਨੂੰ ਲੱਗਾ ਵੀ ਇਹ ਬੰਦਾ ਬੜਾ ਬੋਲਦਾ, ਹਰ ਇੱਕ ਸਵਾਲ ਦਾ ਜਵਾਬ ਨੱਟ ਕੇ ਦਿੰਦਾ, ਮੈਂ ਆਹ ਫਿਕਸ ਕਰ ਦੂੰਗਾ, ਮੈਂ ਉਹ 2 ਮਿੰਟਾਂ 'ਚ ਫਿਕਸ ਕਰ ਦੂੰਗਾ, ਉਹ ਕਰ ਦੂੰ। ਵੀ ਬੰਦੇ ਨੇ ਜਾਦੂ ਦੀ ਛੜੀ ਇਹਦੇ ਕੋਲ ਹੈ ਕਿਹੜੀ? ਫਿਰ ਜਦੋਂ ਮੀਡੀਆ ਟੈਨਸ਼ਨ ਜ਼ਿਆਦਾ ਹੋਈ, ਫਿਰ ਮੀਡੀਆ ਨੇ ਪੁਰਾਣੀਆਂ ਖਬਰਾਂ ਲਿਆਉਣੀਆਂ ਸ਼ੁਰੂ ਕਰਤੀਆਂ ਵੀ ਕਿੱਥੋਂ ਆਏ ਆ, ਕੀ ਕੀਤਾ ਇਹਨਾਂ ਨੇ, ਕਿਹੜੇ ਬਿਆਨ ਦਿੱਤੇ ਆ। ਫਿਰ ਉਹਨਾਂ ਦੇ ਵਿੱਚ ਅੰਤਰ ਦਿਸਦਾ ਹੈ ਵੀ ਇਹ ਕਹਿੰਦੇ ਕੁਛ ਹੈ ਤਾਂ ਕਰਦੇ ਕੁਛ। ਤੇ ਉਹ ਜਿਹੜੀ ਪਹਿਲੀ ਡਿਬੇਟ ਵਾਲੀ ਉਹ ਫੂਕ ਨਿਕਲ ਗਈ, ਤੇ ਸੈਕੰਡ ਡਿਬੇਟ ਦੇ ਵਿੱਚ ਬੜੇ ਉਹ ਸੋਚ ਸਮਝ ਕੇ ਬੋਲਦੇ ਸੀ ਜੀ ਵੀ ਇਦਾਂ ਦੀ ਨਾ ਗੱਲ ਕਰਾਂ ਵੀ ਹੋਰ ਟੈਨਸ਼ਨ ਮੇਰੇ ਤੇ ਆ ਜਾਵੇ। ਵੈਸੇ ਤਾਂ ਜਿੰਨੇ ਵੀ ਕੈਂਡੀਡੇਟ ਖੜੇ ਸੀ ਇਸ ਵੇਲੇ ਤਾਂ ਇਦਾਂ ਹੀ ਲੱਗਦਾ ਵੀ ਡੋਨਲਡ ਟਰੰਪ ਨੂੰ ਇਹਨਾਂ ਦੇ ਵਿੱਚ ਤਾਂ ਕੋਈ ਹਰਾਉਣ ਵਾਲਾ ਹੈ ਨਹੀਂ। ਹਾਂ, ਕੋਈ ਹੋਰ ਬੰਦਾ ਲੈ ਕੇ ਆਉਣਗੇ ਤਾਂ ਪਤਾ ਕੋਈ ਨਹੀਂ, ਪਰ ਅਜੇ ਤਾਈਂ ਇਹਨਾਂ ਜਿੰਨੇ ਕੈਂਡੀਡੇਟ ਖੜੇ ਆ ਉਹਨਾਂ ਦੇ ਵਿੱਚੋਂ ਕੋਈ ਇੱਕ ਵੀ ਕੈਂਡੀਡੇਟ ਇਦਾਂ ਦਾ ਨਹੀਂ ਜਿਹੜਾ ਚੈਲੰਜ ਵੀ ਕਰਦੇ ਡੋਨਲਡ ਟਰੰਪ ਨੂੰ। ਡਿਸੈਂਟਿਸ ਦੀ ਗੱਲ ਕਰਦੇ ਹੁੰਦੇ ਸੀ, ਗਵਰਨਰ ਜਿਹੜੇ ਫਲੋਰੀਡਾ ਦੇ ਆ, ਉਹਨਾਂ ਦੇ ਪਹਿਲਾ ਨੰਬਰ ਹੁੰਦੇ ਸੀ ਵੀ ਉਹ 38% ਪਿੱਛੇ ਆ, ਹੁਣ ਉਹ 40-45% ਪਿੱਛੇ ਹੁੰਦੇ ਡੋਨਲਡ ਟਰੰਪ ਤੋਂ। ਜਿਹੜੇ ਇੰਨੇ ਉਹਨਾਂ ਦੇ ਨੰਬਰ ਡੋਨਲਡ ਟਰੰਪ ਦੇ ਤਾਂ ਨੂੰ ਜਾਂਦੇ ਆ, ਡਿਸੈਂਟਿਸ ਦੇ ਥੱਲੇ ਨੂੰ ਆਉਂਦੇ, ਸੋ ਕੋਈ ਚਾਂਸ ਲੱਗਦਾ ਨਹੀਂ ਉਹਨਾਂ ਦਾ ਜੀ। ਸੋ ਡਾਕਟਰ ਸਾਹਿਬ, ਜਿਹੜੇ ਬਾਈਡਨ ਦੇ ਉੱਤੇ ਮਹਾਦੋਸ਼ ਦੀ ਤਿਆਰੀ ਰਿਪਬਲਿਕਨ ਨੇ ਕੀਤੀ ਸੀ, ਉਹਦਾ ਟਾਕਰਾ ਕਰਨ ਲਈ ਮੀਡੀਆ ਰਿਪੋਰਟਾਂ ਕਹਿੰਦੀਆਂ ਕਿ ਵਾਈਟ ਹਾਊਸ ਦੇ ਵਿੱਚ ਕਾਨੂੰਨੀ ਜਿਹੜੀ ਹੈ ਉਹ ਟੀਮ ਤਿਆਰ ਕੀਤੀ ਜਾ ਰਹੀ ਹੈ, ਕਿ ਮੀਡੀਆ ਦੀ ਟੀਮ ਤਿਆਰ ਕੀਤੀ ਜਾ ਰਹੀ ਹੈ। ਦੋ ਹੀ ਗੱਲਾਂ ਚੱਲਦੀਆਂ ਨਾ ਅੱਜ ਕੱਲ। ਤੁਸੀਂ ਹਰ ਇੱਕ ਸੰਸਥਾ ਦੇ ਦੇਖਦੇ ਆ, ਸਰਕਾਰੀ, ਖਾਸ ਤੌਰ ਤੇ ਸਰਕਾਰ ਦੀ, ਇੱਕ ਪਾਸੇ ਤਾਂ ਲੀਗਲ ਟੀਮ ਹੁੰਦੀ ਹੈ ਵੀ ਕੋਈ ਗਲਤ ਗੱਲ ਨਾ, ਸਾਡੇ ਤੇ ਲੀਗਲ ਐਕਸ਼ਨ ਨਾ ਕੋਈ ਆਵੇ। ਦੂਸਰੇ ਪਾਸੇ ਪਬਲਿਕ ਰਿਲੇਸ਼ਨ ਵਾਲੇ ਹੁੰਦੇ ਜਿਨ੍ਹਾਂ ਦਾ ਕੰਮ ਹੈ ਵੀ ਧੂਆਂ ਧਾਰ ਪ੍ਰਚਾਰ ਕਰਨਾ। ਬਿਲਕੁਲ, ਜਿੱਦਾਂ ਕਹਿੰਦੇ ਹੁੰਦੇ ਆ, ਜਿੱਦਾਂ ਹਿਟਲਰ ਵਾਲੀ ਗੱਲ ਆ, ਉਹ ਡਰਾਉਂਦੇ ਤਾਂ ਨਹੀਂ ਇਹ, ਪਰ ਫਾਲੋ ਉਹਨੂੰ ਹੀ ਕਰਦੇ ਜੀ ਵੀ ਇੱਕ ਝੂਠ ਨੂੰ ਵੱਡਾ ਝੂਠ ਬੋਲੋ। ਕਹਿੰਦਾ ਪਹਿਲੀ ਗੱਲ ਛੋਟਾ ਝੂਠ ਨਾ ਬੋਲੋ, ਝੂਠ ਬੋਲਣਾ ਤਾਂ ਵੱਡਾ ਝੂਠ ਬੋਲੋ। ਹਾਂ, ਬਿਲਕੁਲ। ਤੇ ਫਿਰ ਉਹਨੂੰ 1000 ਵਾਰੀ ਦੁਹਰਾਓ।
ਉਹ ਸੱਚ ਬਣ ਜਾਊਗਾ, ਉਹਨੇ ਫਿਰ ਸੱਚ ਬਣ ਜਾਣਾ। ਤੇ ਇਹਦੀ ਤਿਆਰੀ ਹੋ ਰਹੀ ਆ, ਕਿਉਂਕਿ ਜਦੋਂ ਹੁਣ ਇੰਪੀਚਮੈਂਟ ਸ਼ੁਰੂ ਹੋਣੀ ਆ, ਇੰਪੀਚਮੈਂਟ ਅੱਜ ਸ਼ਾਇਦ ਮੋਸ਼ਨ ਲੈ ਕੇ ਆ ਰਿਹਾ ਸੀ ਲੋਅਰ ਸਦਨ ਦੇ ਵਿੱਚ ਰਿਪਬਲਿਕਨ ਪਾਰਟੀ ਵਾਲੇ, ਤੇ ਇੰਪੀਚਮੈਂਟ ਤਾਂ ਸ਼ੁਰੂ ਹੋ ਜਾਣੀ ਆ। ਔਰ ਕਿੰਨਾ ਚਿਰ ਚੱਲਣੀ ਆ, ਉਹਦੇ ਵਿੱਚ ਦੋ ਗੱਲਾਂ ਬਹੁਤ ਇੰਪੋਰਟੈਂਟ ਆ ਜੀ। ਜਿਹੜੇ ਵੀ ਐਕੂਜ਼ੇਸ਼ਨ ਆਉਂਦੇ ਆ ਉਹਨਾਂ ਤੋਂ ਬਚਾਉਣਾ ਕਿੱਦਾਂ ਜੋ ਬਾਈਡਨ ਨੂੰ ਜੀ। ਜੋ ਬਾਈਡਨ ਨੂੰ ਲਿੰਕ ਕਰ ਰਹੇ ਨਾ ਕਿ ਇਹਨਾਂ ਦੇ ਬੇਟੇ ਨੇ ਜੋ ਕੁਝ ਕੀਤਾ ਸੀ, ਉਹ ਕੱਲੇ ਬੇਟੇ ਨੇ ਨਹੀਂ ਕੀਤਾ, ਉਹਦੇ ਨਾਲ ਜੋ ਬਾਈਡਨ ਵੀ ਵਿੱਚ ਮੌਜੂਦ ਸੀ। ਹੁਣ ਜੋ ਬੇਟੇ ਬਾਰੇ ਤਾਂ ਉਹ ਸਮਝ ਗਏ ਆ ਕਿ ਇਹਨੇ ਬਹੁਤ ਗੱਲਾਂ ਕੀਤੀਆਂ ਜਿਹੜੀਆਂ ਬਚਾ ਨਹੀਂ ਸਕਦੇ ਅਸੀਂ। ਚਾਰਜਸ ਲੱਗੇ ਆ, ਕਾਨੂੰਨ ਨੇ ਹਾਲੇ ਪਤਾ ਨਹੀਂ ਕੀ ਕਰਨਾ ਕੀ ਨਹੀਂ ਕਰਨਾ, ਪਰ ਜੇ ਉਹਦੇ ਨਾਲ ਲਿੰਕ ਕਰਦੇ ਆ, ਹੁਣ ਲਿੰਕ ਕਰਦੇ ਹੁੰਦੇ, ਇੱਕ ਹੈ ਕਾਨੂੰਨਨ ਤੌਰ ਤੇ ਲਿੰਕ ਕਰਨਾ, ਇੱਕ ਹੈ ਪਬਲਿਕ ਪਰਸੈਪਸ਼ਨ ਬਣਾਉਣੀ ਜੀ। ਜਿਹੜੀਆਂ ਵੋਟਾਂ ਪੈਂਦੀਆਂ ਉਹ ਤਾਂ ਪਬਲਿਕ ਪਰਸੈਪਸ਼ਨ ਤੇ ਪੈਂਦੀਆਂ ਨਾ। ਇਹਨਾਂ ਨੂੰ ਲੋਕਾਂ ਨੇ ਲੀਗਲ ਨੁਕਤੇ ਜਿਹੜੇ ਆ ਉਹ ਤਾਂ ਲੀਗਲ ਕਮਿਊਨਿਟੀ ਪੜ੍ਹਨ ਵਾਲੀ ਆ ਨਾ। ਜਿਹੜੀ ਪਬਲਿਕ ਪਰਸੈਪਸ਼ਨ ਬਣ ਚੁੱਕਾ ਹੈ, ਇੱਕ ਬੰਦਾ ਹੰਟਰ ਬਾਈਡਨ ਦਾ ਫਰੈਂਡ ਆ ਕੇ ਕਹਿੰਦਾ, ਹਾਂ ਕਹਿੰਦਾ ਜੋ ਬਾਈਡਨ ਹਮੇਸ਼ਾ ਹੀ ਫੋਨ ਤੇ ਹੁੰਦਾ ਸੀ, ਕਹਿੰਦਾ 20 ਵਾਰੀ ਤਾਂ ਮੈਂ ਸੁਣਿਆ, ਉਹ ਸਿਫਾਰਸ਼ਾਂ ਕਰਦਾ ਸੀ। ਇਹਦਾ ਉਹਨੇ ਦੇਖੋ ਪਬਲਿਕ ਪਰਸੈਪਸ਼ਨ ਬਣਾਤਾ ਉਹਨੇ ਵੀ ਜੋ ਬਾਈਡਨ ਝੂਠ ਬੋਲਦਾ ਹੈ। ਜਦੋਂ ਜੋ ਬਾਈਡਨ ਕਹਿ ਰਹੇ ਆ ਕਿ ਨਹੀਂ ਮੈਂ ਨਹੀਂ ਸੀ ਹੰਟਰ ਬਾਈਡਨ ਦੇ ਨਾਲ ਇਨਵੋਲਵ, ਉਹਦਾ ਦੋਸਤ ਕਹਿ ਰਿਹਾ ਵੀ ਮੈਂ ਉੱਥੇ ਹੁੰਦਾ ਸੀ ਮੀਟਿੰਗ ਦੇ ਵਿੱਚ, ਤਾਂ ਉੱਥੇ ਇਹ ਬੋਲਦੇ ਹੁੰਦੇ ਸੀ, ਉਹਨੇ ਪੁਖਤਾ ਕਰਤੀ ਗੱਲ। ਅੱਛਾ, ਉਹ ਪਬਲਿਕ ਪਰਸੈਪਸ਼ਨ ਤਾਂ ਬਣ ਗਿਆ ਨਾ। ਹੁਣ ਕਿਸੇ ਨੇ ਰਿਕਾਰਡਿੰਗ ਤਾਂ ਕੀਤੀ ਨਹੀਂ, ਕਿਸੇ ਨੂੰ ਨਹੀਂ ਪਤਾ ਲੀਗਲ ਪੁਆਇੰਟ ਦੇ ਨਾਲ ਉਹਨੂੰ ਕਿੱਦਾਂ ਕਾਊਂਟਰ ਕਰਨਾ ਹੈ। ਸਭ ਤੋਂ ਪਹਿਲਾਂ ਤਾਂ ਲੀਗਲੀ ਜੋ ਕੁਝ ਵੀ ਆ ਰਿਹਾ ਹੈ ਇੰਪੀਚਮੈਂਟ ਦੇ ਵਿੱਚ, ਪਹਿਲਾਂ ਤਾਂ ਲੀਗਲ ਜਿਹੜੀ ਟੀਮ ਆ ਬੈਠੀ ਨਾ, ਉਹ ਕਾਊਂਟਰ ਕਰੂਗੀ ਵੀ ਤੁਸੀਂ ਚਾਰਜ ਲਿਆ ਰਹੇ ਆ, ਇਹਨਾਂ ਦੀ ਵਿਊ ਪੁਆਇੰਟ ਆ, ਇਹਨਾਂ ਦੇ ਡਿਫੈਂਸ ਦੇ ਵਿੱਚ ਐਵੀਡੈਂਸ ਆ ਜੀ, ਉਹ ਤਾਂ ਲੀਗਲ ਆ। ਔਰ ਲੀਗਲ ਤੌਰ ਤੇ ਜਿੱਦਾਂ ਕੋਰਟ ਦੇ ਵਿੱਚ ਡਿਫੈਂਡ ਕਰਦੀਦਾ, ਇਸ ਤਰ੍ਹਾਂ ਤੁਹਾਨੂੰ ਡਿਫੈਂਡ ਕਰਨਾ ਪੈਂਦਾ। ਪਹਿਲੀ ਇਨਵੈਸਟੀਗੇਸ਼ਨ ਹੀ ਚੱਲ ਰਹੀ ਹੈ ਜਿਹੜੀ ਲੋਅਰ ਸਦਨ ਆ ਕਾਂਗਰਸ ਦਾ, ਉਹਨੇ ਸਿਰਫ ਇਨਵੈਸਟੀਗੇਸ਼ਨ ਕਰਨੀ ਹੈ, ਜਿੱਦਾਂ ਇੱਥੇ RCMP ਕਰਦੀ ਹੈ ਨਾ, ਉਹਨੇ ਇਨਵੈਸਟੀਗੇਸ਼ਨ ਕਰਨੀ ਹੈ। ਤਾਂ ਅਸਲੀ ਟ੍ਰਾਇਲ ਜਿਹੜਾ ਉਹ ਸੈਨੇਟ ਦੇ ਵਿੱਚ ਚੱਲਣਾ। ਜਦੋਂ ਉਹਨਾਂ ਨੇ ਇਨਵੈਸਟੀਗੇਸ਼ਨ ਕਰ ਲਈ ਤੇ ਫੇਰ ਵੋਟ ਪਾਉਣੀ ਹੈ ਇਸ ਮਤੇ ਤੇ ਵੀ ਤੁਸੀਂ ਸੈਟੀਸਫਾਈਡ ਆ ਆਪਣੇ ਇਨਵੈਸਟੀਗੇਸ਼ਨ ਦੇ ਨਾਲ ਵੀ ਇਹਨਾਂ ਨੂੰ ਇੰਪੀਚ ਕਰਨਾ ਚਾਹੀਦਾ ਜੀ। ਪੋਲੀਟੀਕਲ ਇਸ਼ੂ ਆ, ਰਿਪਬਲਿਕਨਸ ਨੇ ਤਾਂ ਕਹਿਣਾ ਹੀ ਆ ਅਸੀਂ ਸੈਟੀਸਫਾਈਡ ਆ, ਤੇ ਉਹਨਾਂ ਨੇ ਪਾਸ ਕਰ ਦੇਣਾ ਰੈਜ਼ੋਲੂਸ਼ਨ, ਫੇਰ ਆਉਣਾ ਸੈਨੇਟ ਦੇ ਵਿੱਚ। ਨਾਲ ਦੀ ਨਾਲ ਜਿਹੜੀ ਪਬਲਿਕ ਰਿਲੇਸ਼ਨ ਦੀ ਟੀਮ ਆ, ਉਹਨਾਂ ਦਾ ਬੜਾ ਮਹੱਤਵਪੂਰਨ ਰੋਲ ਆ। ਜੇ ਕੋਈ ਨਾ ਕੋਈ ਨੁਕਤਾ ਆਉਂਦਾ ਆ ਜਿਹਦੇ ਤੇ ਜੋ ਬਾਈਡਨ ਦੀ ਨੈਗੇਟਿਵ ਇਮੇਜ ਬਣਦੀ ਹੈ, ਉਹਨੂੰ ਕਿੱਦਾਂ ਕਾਊਂਟਰ ਕਰਨਾ ਜੀ। ਤੁਸੀਂ ਦੇਖੋ ਪੰਜਾਬ ਦੇ ਵਿੱਚ ਜਿੱਦਾਂ ਹੋ ਰਿਹਾ, ਗਵਰਨਰ ਨੇ ਪੁੱਛਿਆ ਵੀ 50,000 ਕਰੋੜ ਰੁਪਏ ਦਾ ਤੁਸੀਂ ਕਰਜ਼ਾ ਲਿਆ, ਖਰਚਾ ਕਿੱਥੇ ਆ? ਇਹ ਤਾਂ ਹੁਣ ਡਿਫਲੈਕਟ ਕਰਨ ਲਈ ਲੋਕਾਂ ਦੇ ਵਿੱਚ ਇਹ ਕਿਉਂ ਨਾ ਆਵੇ, ਤੁਸੀਂ ਗੱਲ ਕਰਦੇ ਆ ਪੁਰਾਣੀਆਂ ਸਰਕਾਰਾਂ ਨੇ 3 ਲੱਖ ਦਾ ਕਰਜ਼ਾ ਲੈ ਲਿਆ, 3 ਲੱਖ ਕਰੋੜ ਦਾ, ਸੌਰੀ 75 ਸਾਲਾਂ ਦੇ ਵਿੱਚ ਉਹਨਾਂ ਨੇ 3 ਲੱਖ ਕਰੋੜ ਰੁਪਏ ਦਾ ਖਰਚਾ ਲਿਆ 75 ਸਾਲਾਂ ਦੇ ਵਿੱਚ। ਫੇਰ ਹੈ ਤਾਂ ਬਹੁਤ ਜ਼ਿਆਦਾ ਆ, ਪਰ ਸਾਲ ਵੀ 75 ਹੋਏ ਆ ਨਾ, ਇੰਨੇ ਚਿਰਾਂ ਬਾਅਦ 3 ਲੱਖ ਕਰੋੜ ਹੋਇਆ। ਤੁਸੀਂ ਇੱਕ ਸਾਲ ਦੇ ਵਿੱਚ ਹੀ ਆਉਂਦਿਆਂ ਨੇ 50,000 ਕਰੋੜ ਲੈ ਲਿਆ। ਜੇ ਇਸ ਹਿਸਾਬ ਦੇ ਨਾਲ ਰਹੇ ਤਾਂ ਤੁਸੀਂ ਤਾਂ 3 ਲੱਖ 5 ਸਾਲਾਂ 'ਚ ਹੀ ਪੂਰਾ ਕਰ ਜਾਣਾ। ਬਿਲਕੁਲ। ਹੁਣ ਇਹ ਚੋਂ ਡਿਫਲੈਕਟ ਕਰਨੀ, ਇਹਨੂੰ ਇਹ ਜਿਹੜਾ ਅੰਕੜਾ ਆ ਰਿਹਾ ਲੋਕਾਂ ਦੇ ਮਨ ਦੇ ਵਿੱਚ ਪਰਸੈਪਸ਼ਨ ਬਣ ਰਹੀ ਆ ਵੀ ਇਹ ਉਡਾ ਕਿੱਥੇ ਰਹੇ ਪੈਸੇ। ਸਾਨੂੰ ਤਾਂ ਕੁਝ ਜਿਹੜੇ ਕਿਸਾਨ ਆ ਉਹ ਕਹਿੰਦੇ ਵੀ ਅਸੀਂ ਮੰਗ ਕਰਦੇ ਸੀ 50,000 ਦੀ, ਤਾਂ ਦਿੱਤਾ 6800 ਆ। ਉਹ ਵੀ ਉਹੀ ਦਿੱਤਾ ਜਿਹੜਾ ਕੇਂਦਰ ਨੇ ਪੈਸੇ ਦਿੱਤੇ ਸੀ, ਉਹ ਚੋਂ ਵੀ ਇਹਨਾਂ ਨੇ ਬਚਾਏ ਆ। ਜਿਹੜੇ ਐਕਚੁਅਲੀ ਪੈਸੇ ਦਿੱਤੇ ਇਹਨਾਂ ਨੇ, ਉਹ ਜਿੰਨੇ ਕੇਂਦਰ ਨੇ ਦਿੱਤੇ ਉਹਨੇ ਪੈਸੇ ਅੱਗੇ ਨਹੀਂ ਦਿੱਤੇ ਇਹਨਾਂ, ਉਹ ਬਚਾਏ। ਹੁਣ ਇਹਨਾਂ ਚੀਜ਼ਾਂ ਨੂੰ ਤੁਸੀਂ ਕਾਊਂਟਰ ਕਿੱਦਾਂ ਕਰੋਗੇ ਪਬਲਿਕ ਪਰਸੈਪਸ਼ਨ ਦੇ ਵਿੱਚ? ਤੇ ਉੱਥੇ PR ਦੀ ਟੀਮ ਜਿਹੜੀ ਆ ਉਹ ਤਕੜੀ ਹੋਣੀ ਚਾਹੀਦੀ ਹੈ। ਹੁਣ ਪੰਜਾਬ ਦੇ ਵਿੱਚ PR ਇਦਾਂ ਆ ਵੀ ਇਹਨੂੰ ਗ੍ਰਿਫਤਾਰ ਕਰ ਲਓ, ਉਹਨੂੰ ਗ੍ਰਿਫਤਾਰ ਕਰ ਲਓ, ਗੱਲ ਲੁਕੀ ਰਹਿੰਦੀ ਹੈ ਨਾ। ਅਮਰੀਕਾ ਦੇ ਵਿੱਚ ਇਹਨਾਂ ਤੋਂ ਗ੍ਰਿਫਤਾਰ ਹੋਈਆਂ ਦੀ ਜੋਗੀ ਤਾਂ ਹੈ ਨਹੀਂ ਇਹ,
ਪਰ ਦੇਖੋ ਡੋਨਲਡ ਟਰੰਪ ਤੇ ਕਿੰਨੇ ਕੇਸ ਚੱਲਣ ਲੱਗੇ ਆ। ਇਹ ਹੁਣ ਚੇਤਾ ਹੈ। ਬਿਲਕੁਲ 2 ਟਰਮ ਆਪਣੇ ਇੱਕ ਟਰਮ ਤਾਂ ਉਹ ਪ੍ਰੈਜ਼ੀਡੈਂਟ ਰਹੇ ਆ, ਉਦੋਂ ਬਾਅਦ ਬਾਹਰ ਬੈਠੇ ਆ ਤੇ ਹੁਣ ਉਹਨਾਂ ਦੇ ਕਦੇ ਕਿਤੇ ਆ ਜਾਂਦਾ ਕੇਸ, ਕਦੇ ਕਿਤੇ ਆ ਜਾਂਦਾ ਕੇਸ। ਗ੍ਰਿਫਤਾਰ ਤਾਂ ਕਰ ਨਹੀਂ ਸਕਦੇ, ਪਰ ਕਮ ਸੇ ਕਮ ਕੇਸਾਂ ਦੇ ਨਾਲ ਪਬਲਿਕ ਪਰਸੈਪਸ਼ਨ ਬਦਲ ਰਹੇ ਆ ਵੀ ਦੇਖੋ ਇਹ ਬੰਦੇ ਨੇ ਕਿੰਨੇ ਕ੍ਰਾਈਮ ਕੀਤੇ ਹੋਣੇ। ਇੱਕ ਕੱਲ ਹੀ ਉਹਨਾਂ ਨੇ ਨਿਊਯਾਰਕ ਦੀ ਜੱਜ ਨੇ ਕਿਹਾ ਸੀ ਕਿ ਇਹਨਾਂ ਨੇ ਆਪਣੇ ਨੰਬਰਸ ਬਹੁਤ ਇਨਫਲੇਟ ਕਰਕੇ ਬਿਜ਼ਨਸ ਦੇ ਵਿੱਚ ਹੇਰਾਫੇਰੀ ਕੀਤੀ। ਤਾਂ ਉਹਨਾਂ ਦਾ ਜਵਾਬ ਸੀ, ਕਹਿੰਦੇ ਦੇਖੋ ਜਿਹੜਾ ਕਾਨੂੰਨ ਅਲਾਉ ਕਰਦਾ ਨਾ ਜੋ ਕੁਛ ਉਹ ਕੁਛ ਕੀਤਾ, ਕਾਨੂੰਨ ਬਣਾਉਣ ਵਾਲਾ ਤਾਂ ਮੈਂ ਤਾਂ ਹੈ ਨਹੀਂ ਸੀ। ਜਦੋਂ ਮੈਂ ਪ੍ਰੈਜ਼ੀਡੈਂਟ ਬਣਿਆ, ਇਹ ਪਹਿਲਾਂ ਦੀ ਗੱਲ ਆ, ਪ੍ਰੈਜ਼ੀਡੈਂਟ ਬਣਨ ਤੋਂ ਪਹਿਲਾਂ ਦੀਆਂ ਗੱਲਾਂ ਕਰਦੇ ਆ ਤੁਸੀਂ। ਉਦੋਂ ਜਿਹੜੇ ਵੀ ਕਾਨੂੰਨ ਬਣਾਏ ਆ ਉਹਨਾਂ ਦੇ ਵਿੱਚ ਡੋਨਲਡ ਟਰੰਪ ਦਾ ਤਾਂ ਕੋਈ ਹਿੱਸਾ ਨਹੀਂ ਸੀ, ਕੋਈ ਰੋਲ ਨਹੀਂ। ਬਾਕੀ ਦੇ ਬੰਦੇ ਬੈਠੇ ਸੀ, ਉਹਨਾਂ ਨੇ ਕਾਨੂੰਨ ਬਣਾਏ ਆ ਤਾਂ ਮੈਂ ਫਾਇਦਾ ਉਠਾ ਲਿਆ। ਬਿਲਕੁਲ। ਸੋ ਐਨੀਵੇ ਸਾਡੇ ਅੱਜ ਦੇ ਵਿਚਾਰ ਦਾ ਸਮਾਂ ਹੋ ਗਿਆ। ਡਾਕਟਰ ਸਾਹਿਬ ਅੱਜ ਦਾ ਵਿਚਾਰ ਹੈ ਜੀ, ਮੇਰੇ ਸੀਨੇ ਵਿੱਚ ਦਾਗ ਬੇਅੰਤ ਲੱਗੇ, ਮੇਰੇ ਸੀਨੇ ਵਿੱਚ ਦਾਗ ਬੇਅੰਤ ਲੱਗੇ, ਤੇਰੇ ਕੋਲੋਂ ਇਹ ਕਦੇ ਨਹੀਂ ਗਿਣੇ ਜਾਣੇ। ਜਾ ਪੈਂਡਾ ਆਪਣਾ ਕਰੀ ਖੋਟਾ, ਜਾ ਪੈਂਡਾ ਨਾ ਆਪਣਾ ਕਰੀ ਖੋਟਾ, ਤੀਲੇ ਨਾਲ ਸਮੁੰਦਰ ਨਹੀਂ ਮਿਣੇ ਜਾਣੇ, ਤੀਲੇ ਨਾਲ ਸਮੁੰਦਰ ਨਹੀਂ ਮਿਣੇ ਜਾਣੇ। ਸੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਥੈਂਕ ਯੂ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੋ ਗਿਆ। ਮੈਨੂੰ ਬਲਦੇਵ ਸਿੰਘ ਭਾਮ ਨੂੰ ਵੀ ਦਿਓ ਇਜਾਜ਼ਤ। ਕੱਲ ਪ੍ਰੋਗਰਾਮ ਪੰਜਾਬੀ ਆਵਾਜ਼ ਦੇ ਵਿੱਚ ਡਾਕਟਰ ਸ਼ਿੰਦਰ ਪੁਰੇਵਾਲ ਜੀ ਦੇ ਨਾਲ ਹੋਰ ਨਵੀਆਂ ਖਬਰਾਂ, ਨਵੇਂ ਵਿਸ਼ੇ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ, ਵਿਚਾਰ ਚਰਚਾ ਕਰਾਂਗੇ। ਸੋ ਤਦ ਤੱਕ ਲਈ ਦਿਓ ਇਜਾਜ਼ਤ, ਜਿਉਂਦੇ ਵਸਦੇ ਰਹੋ ਜੀ।